ਨਾ ਉਹ ਗਲਤੀ ਕਰੀਏ। ਚਲੋ ਮੈਂ ਗਰਚਾ ਸਾਹਿਬ ਨੂੰ ਇਹੀ ਸਵਾਲ ਪੁੱਛਣਾ ਜੇ ਤੁਸੀਂ ਕਿਹਾ ਵੀ ਗਰਚਾ ਸਾਹਿਬ ਦੱਸੋ ਸਿੱਖਾਂ ਲਈ ਤਾਂ ਬਹੁਤ ਲੈਸਨ ਹੈਗਾ ਹੀ ਹੈਗਾ ਜਿੱਦਾਂ ਭਾਈ ਸਾਹਿਬ ਜੇ ਤੁਸੀਂ ਆਪਣੀ ਹਿਸਟਰੀ ਨੂੰ ਭੁਲਾ ਲਓਗੇ ਤੁਹਾਡੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਸੁੱਕ ਜਾਂਦੀਆਂ ਤਾਂ ਕੌਮ ਵੀ ਖਤਮ ਹੋ ਜਾਂਦੀ ਹੈ। ਸੋ ਇਹ ਸਾਡੀ ਕੌਮ ਨੂੰ ਸਰਜੀਤ ਕਰਦੀ ਹੈ ਇਹ ਚੀਜ਼ ਠੀਕ ਹੈ ਬਿਲਕੁਲ ਠੀਕ ਹੈ ਪਰ ਜਿਹੜਾ ਹਕੂਮਤ ਆ ਜਿਹੜਾ ਹੁਕਮਰਾਨ ਆ ਉਹਨੂੰ ਵੀ ਕੋਈ ਲੈਸਨ ਮਿਲੂਗਾ ਇਸ ਚੀਜ਼ ਤੋਂ ਉਹਨੂੰ ਵੀ ਕੋਈ ਸਿੱਖਿਆ ਹੈਗੀ। ਸਿੱਧੀ ਪੱਧਰੀ ਗੱਲ ਇਹ ਆ ਜੀ ਵੀ ਅਸੀਂ ਆਪਣੇ ਬਜ਼ੁਰਗ ਦੀ ਫੋਟੋ ਘਰ ਦੀ ਦੀਵਾਰ ਤੇ ਇਸ ਕਰਕੇ ਲਾ ਰਹੇ ਆ ਵੀ ਸਾਡੇ ਨਵੇਂ ਜੰਮੇ ਬੱਚਿਆਂ ਨੂੰ ਦੱਸ ਸਕਦੇ ਵੀ ਇਹ ਤੁਹਾਡੇ ਬਾਬੇ ਦੀ ਫੋਟੋ ਹੈਗੀ ਆ। ਸ਼ਾਇਦ ਉਹ ਫੋਟੋ ਦੇਖ ਕੇ ਆਪੇ ਸਵਾਲ ਕਰੂਗਾ ਤੇ ਮੈਂ ਸਮਝਦਾ ਵੀ ਇਹ ਜਿਹੜਾ ਨਿਸ਼ਾਨੀ ਜਾਂ ਗੁਰਦੁਆਰਾ ਸਾਹਿਬ ਬਣ ਜਾ ਰਿਹਾ ਹੈਗਾ ਉਹਦਾ ਮਤਲਬ ਵੀ ਬਿਲਕੁਲ ਤੋਂ ਬਿਲਕੁਲ ਇਹੀ ਹੈਗਾ। ਭਾਵੇਂ ਅੱਜ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈਗੀ ਆ ਮੇਰੇ ਕਿਸੇ ਹੋਰ ਐਂਗਲ ਤੋਂ ਉਹਨਾਂ ਨਾਲ ਮਤਭੇਦ ਹੋ ਸਕਦੇ ਮੈਂ ਨਿੱਜੀ ਤੌਰ ਤੇ ਕਹਿ ਸਕਦਾ ਵੀ ਕਿਸੇ ਐਂਗਲ ਤੇ ਮੈਨੂੰ ਨਾ ਖੁਸ਼ ਹੋ ਸਕਦਾ ਪਰ ਇਸ ਮੁੱਦੇ ਤੇ ਮੈਨੂੰ ਜਾਂ ਆਪਾਂ ਨੂੰ ਸਾਰਿਆਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਭਾਵੇਂ ਸਰਕਾਰ ਇਸ ਮੌਕੇ ਪਾਵਰ 'ਚ ਹੈਗੀ ਆ ਪਰ ਸਦਾ ਹੀ ਸਰਕਾਰਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਹੁੰਦੀ ਆ ਹਰ ਇੰਡੀਵਿਜੂਅਲੀ ਮੁੱਦੇ ਦੇ ਉੱਤੇ। ਸਾਹਿਬ ਸੈਂਟਰ ਦੀ ਗੱਲ ਕਰਦਾ ਸੈਂਟਰ ਨੂੰ ਕੀ ਲੈਸਨ ਇਸ ਯਾਦਗਾਰ ਤੋਂ ਕੀ ਮਿਲਣਾ ਚਾਹੀਦਾ? ਮੈਂ ਸਮਝਦਾ ਜੀ ਸ਼ਾਇਦ ਤੁਸੀਂ ਪੜ੍ਹੇ ਹੋਵੇ ਕਿਤੇ ਮੈਂ ਸੈਂਟਰ ਦੇ ਵੀਊ ਪੜ੍ਹੇ ਹੈਗੇ ਆ ਸੈਂਟਰ ਨੇ ਇਸ ਗੱਲ ਦੇ ਬਾਰੇ ਆਪਣਾ ਹੱਥ ਪਿਛਾਂਹ ਖਿੱਚ ਲਿਆ ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਗੱਲ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਰਕਾਰ ਅਤੇ ਸਿੱਖਾਂ ਦੀ ਸ਼੍ਰੋਮਣੀ ਜਿਹੜੀ ਸੰਸਥਾਵਾਂ ਉਹਨਾਂ ਦੇ ਸਿਰ ਤੇ ਛੱਡਦੀ ਹੈ ਵੀ ਦੇ ਆਰ none of our business it's not our business it's their business ਸੈਂਟਰ ਸਰਕਾਰ ਨੇ ਇਸ ਗੱਲ ਨੂੰ ਸੋ ਫਿਰ ਮੀਡੀਆ ਕੋ ਚੱਕੀ ਜਾਂਦਾ ਬਲ ਬੇਸਿਕਲੀ ਮੀਡੀਆ ਦੇਖੋ ਇਹ ਗੱਲ ਵੀ ਤੇ ਮੀਡੀਆ 'ਚ ਆਈ ਹੈ ਜਿਹੜੀ ਮੈਂ ਪੜ੍ਹੀ ਹੈ ਤੁਸੀਂ ਵੀ ਪੜ੍ਹੀ ਹੋਵੇਗੀ ਹੋਰ ਵੀ ਸੋਲਜਰਸ ਜਿਹੜੇ ਪੜ੍ਹੀ ਹੋਵੇਗੀ ਨੈਚੁਰਲੀ ਆ ਮੈਂ ਇਹ ਸਮਝਦਾ ਵੀ ਸਾਡੀ ਇੱਕ ਆਦਤ ਬਣ ਚੁੱਕੀ ਆ ਅਸੀਂ ਬਗੈਰ ਪਾਣੀ ਮੋਜੇ ਲਾ ਕੇ ਤੁਰ ਪੈਂਦੇ ਹੈਗੇ ਆ। One or two articles and the media have then now raised it to a profile. Can I just say one thing? ਆਪਾਂ ਹੀ ਦੋਸ਼ ਲਾਇਆ ਤੇ ਆਪਾਂ ਹੀ ਦੋਸ਼ੀ ਹਾਂ ਐਗਜ਼ੈਕਟਲੀ ਇਹਦੇ ਵਿੱਚ ਦੇਖੋ ਚਲੋ ਭਾਈ ਸਾਹਿਬ ਆਪਾਂ ਮੁੜ ਗਏ ਭਾਈ ਸਾਹਿਬ ਜਦੋਂ ਲਖਵੀਰ ਸਿੰਘ ਆਪਾਂ ਹੋਰ ਵੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਥੇ ਦੇਖਣ ਨਹੀਂ ਆਏ ਭਾਈ ਸਾਹਿਬ ਜੀ ਵਿਚਾਰ ਦੇਣ ਆਏ ਸੋ ਆਪਣੇ ਆਪਣੇ ਬਾਹਾਂ ਖੜੀਆਂ ਕਰੋ। ਹਾਂਜੀ ਗਰਚਾ ਸਾਹਿਬ ਨੇ ਗੱਲ ਕੀਤੀ ਜਿਹੜਾ ਸ਼ਿੰਦੇ ਨੇ ਗ੍ਰਹਿ ਮੰਤਰੀ ਨੇ ਗੱਲ ਕੀਤੀ ਆ ਬਈ ਅਸੀਂ ਇਹਦੇ ਸਿੱਖਾਂ ਦੇ ਮਸਲੇ 'ਚ ਦਖਲਅੰਦਾਜ਼ੀ ਨਹੀਂ ਦਿੰਦੇ ਤੇ ਨਾਲ ਇੱਕ ਉਹ ਭੈੜੀ ਗੱਲ ਕਰ ਗਿਆ ਕਿ 1800 ਕਿੰਨੇ ਦਾ 1900 ਮੇਰੇ ਖਿਆਲ ਕੋਈ ਉਹਨੇ ਰੀਜਨ ਦਿੱਤਾ ਵੀ ਉਦੋਂ ਇੱਕ ਕਾਨੂੰਨ ਬਣਿਆ ਸੀਗਾ ਵੀ ਜੇ ਕਿਸੇ ਧਾਰਮਿਕ ਜਗ੍ਹਾ ਤੇ ਕਿਸੇ ਜਗ੍ਹਾ ਦੀ ਗਲਤ ਵਰਤੋਂ ਹੁੰਦੀ ਹੈ ਤਾਂ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ ਜਿਹੜਾ ਕਿ ਉਹ ਮਤਲਬ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਕੋਈ ਇੰਡੀਵਿਜੂਅਲ ਬੰਦਾ ਉਹਨਾਂ ਨੇ ਜਾ ਕੇ ਹਾਈ ਕੋਰਟ ਦਾ ਬੂਹਾ ਖੜਕਾਤਾ ਕਿ ਇਹ ਜਗ੍ਹਾ ਜਿਹੜੀ ਆ ਜੀ ਇਹ ਸਾਨੂੰ ਮਤਲਬ ਭੜਕਾਊਗੀ। ਇਕੱਲਾ ਇਹ ਹੀ ਨਹੀਂ ਨਾਲ ਹੀ ਤੁਸੀਂ ਸ਼ਾਇਦ ਅੱਜ ਦੀ ਖਬਰ ਜਿਹੜੀ ਹਾਲੇ ਆਪਣੇ ਕੋਲ ਨਹੀਂ ਆਈ ਅਮਰ ਸ਼ਹੀਦ ਸਤਵੰਤ ਸਿੰਘ ਜੀ ਉਹਨਾਂ ਦਾ ਪਿੰਡ ਅਗਵਾਨ ਆ ਉੱਥੋਂ ਦੇ ਸਰਪੰਚ ਨੇ ਬਿਆਨ ਦਿੱਤਾ ਕਿ ਜਿਹੜੀ ਉਹ ਗੁਰਦੁਆਰਾ ਭਾਈ ਸਤਵੰਤ ਸਿੰਘ ਦੇ ਨਾਂ ਤੇ ਬਣਿਆ ਉਹ ਢਾਹ ਦਿੱਤਾ ਜਾਵੇ। ਮਤਲਬ ਇਹ ਕਾਂਗਰਸ ਸਿਰਫ ਜਿਹੜੀਆਂ 2014 ਨੂੰ ਇਲੈਕਸ਼ਨਾਂ ਆ ਰਹੀਆਂ ਸ਼ਾਇਦ ਉਦੋਂ ਪਹਿਲਾਂ ਹੋ ਜਾਣ ਉਹ ਹਿੰਦੂ ਵੋਟ ਨੂੰ ਆਪਣੇ ਪੱਖ ਦੇ ਵਿੱਚ ਕਰਨ ਲਈ ਉਹ ਪੱਤਾ ਖੇਡ ਰਹੀ ਆ ਪਰ ਇਹ ਜਿਹੜੀ ਗੱਲ ਆ ਜਿੱਦਾਂ ਪੰਜਾਬ ਦੀ ਸਰਕਾਰ ਨੇ ਚਾਹੇ ਉਹਨਾਂ ਨਾਲ ਸਾਡੇ ਰਣਜੀਤ ਸਿੰਘ ਜੀ ਹੁਣ ਦੇਖੋ ਦੁਨੀਆ ਭਰ ਲੋਕੀ ਦੇਖ ਰਹੇ ਆ ਔਰ ਹਿੰਦੂ ਵੀ ਦੇਖ ਰਹੇ ਆ ਸਾਡੇ ਵੀਰ ਪੰਜਾਬੀ ਹਿੰਦੂ ਵੀ ਦੇਖ ਤੁਸੀਂ ਉਹਨਾਂ ਨੂੰ ਕੀ ਉਹਨਾਂ ਦੇ ਡਰ ਹੈਗਾ ਤੁਸੀਂ ਉਹਨਾਂ ਨੂੰ ਕੀ ਕਹੋਗੇ ਇਸ ਯਾਦ ਕਰਦੇ ਇਹ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ ਤੇ ਬਾਬਾ ਹਰਨਾਮ ਸਿੰਘ ਨੇ ਆਲਰੇਡੀ ਟਾਈਮਜ਼ ਆਫ ਇੰਡੀਆ ਦੇ ਵਿੱਚ ਬਿਆਨ ਦਿੱਤਾ ਸੀ ਵੀ ਇਹ ਜਿਹੜੀ ਜਗ੍ਹਾ ਬਣ ਰਹੀ ਆ ਇਹ ਜਿਹੜਾ ਜਿੱਦਾਂ ਸੁਖਵਿੰਦਰ ਸਿੰਘ ਨੇ ਗੱਲ ਕੀਤੀ ਆ ਆਪਣੇ ਜਗਤਾਰ ਸਿੰਘ ਨੇ ਗੱਲ ਕੀਤੀ ਆ ਇਹ ਉਹਨਾਂ ਲੋਕਾਂ ਦੇ ਹਿਰਦਿਆਂ ਤੇ ਥੋੜ੍ਹਾ ਬਹੁਤ ਮਰਮ ਵੀ ਆ ਵੀ ਜਿਨ੍ਹਾਂ ਨੇ ਮਤਲਬ ਸ਼ਹੀਦੀਆਂ ਪਾਈਆਂ ਜਿਨ੍ਹਾਂ ਦੇ ਪਰਿਵਾਰ ਉੱਥੇ ਹਰਿਮੰਦਰ ਸਾਹਿਬ ਜਾ ਕੇ ਸ਼ਹੀਦ ਹੋ ਗਏ ਆ ਉਹ ਇਹ ਜਿਹੜੀ ਕਿਸੇ ਧਰਮ ਦੇ ਖਿਲਾਫ ਕਿਸੇ ਫਿਰਕੇ ਦੇ ਖਿਲਾਫ ਨਹੀਂ ਬਣ ਰਹੀ ਇਹ ਇਨਸਾਨੀਅਤ ਦੇ ਹੱਕ ਦੇ ਵਿੱਚ ਬਣ ਰਹੀ ਆ। ਸੋ ਇਹ ਜ਼ਰੂਰੀ ਆ ਕਿ ਅਸੀਂ ਸਮਾਂ ਉਹਦੀ ਸਪੋਰਟ ਕਰੀਏ ਚਾਹੇ ਸਾਡੇ ਵਿਚਾਰ ਕੁਝ ਵੀ ਹੋਣ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਹਮ ਨੌਜਵਾਨ ਵੀਰ ਨੂੰ ਵੀ ਬੇਨਤੀ ਕਰਨੀ ਕਿਉਂਕਿ ਮੇਰਾ ਖਿਆਲ ਸ਼ਾਇਦ ਪਿੱਛੇ ਨੌਜਵਾਨ ਹੈਗੇ I don't know whether you were born when the 1984 attack happened. I don't know whether you were born then. But ਤੁਸੀਂ ਦੱਸੋ what does that mean to you? ਥੋੜਾ ਮਾਈਕ ਚੈੱਕ ਕਰ ਲਓ। What does that actually mean to you? Does it mean anything to you? ਹਾਂਜੀ ਪੰਜਾਬੀ ਚ ਗੱਲ ਕਰਾਂ? ਓਕੇ ਇਹ ਜਿਹੜੀ ਯਾਦਗਾਰ ਬਣ ਰਹੀ ਹੈ ਮੇਰਾ ਖਿਆਲ ਸ਼ਾਇਦ ਤੁਸੀਂ ਉਦੋਂ ਜੰਮੇ ਵੀ ਨਾ ਹੋਵੋਗੇ ਮੈਨੂੰ ਪਤਾ ਨਹੀਂ ਤੁਹਾਡੀ ਉਮਰ ਕੀ ਆ। ਹਾਂਜੀ ਕਿ ਇਹ 84 ਦਾ ਤੁਹਾਡਾ ਕੀ ਮਸਲਾ ਆ ਵੀ ਤੁਸੀਂ ਤਾਂ ਹੁਣ ਲਿਵਿੰਗ ਯਰ ਲਾਈਵਸ ਸਾਨੂੰ ਉਹ ਹਿਸਟਰੀ ਨੂੰ ਚੇਤਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਵਾਹ ਖਾਲਸਾ ਹੋਵੇ ਫਤਿਹ ਜੀ। ਜਿਹੜੀ ਯਾਦਗਾਰੀ ਬਣਨੀ ਚਾਹੀਦੀ ਹੈ ਜ਼ਰੂਰ ਬਣਨੀ ਚਾਹੀਦੀ ਹੈ ਜੀ। ਜੀ ਹਾਂਜੀ। ਤੇ ਪੰਜਾਬ ਦੇ ਨੌਜਵਾਨ ਨੂੰ ਇਹਦਾ ਕੀ ਫਾਇਦਾ ਹੋਊਗਾ? ਹਾਂਜੀ ਪੰਜਾਬ ਦੇ ਨੌਜਵਾਨਾਂ ਨੂੰ ਕੀ ਫਾਇਦਾ ਹੋਊਗਾ? ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਜੀ ਜਿਹੜੇ ਹੁਣ ਮੁੰਡੇ ਆਪਣੇ ਨਸ਼ਿਆਂ ਵਿੱਚ ਤੁਰੇ ਫਿਰਦੇ ਆ ਸਾਰੇ ਨਸ਼ਿਆਂ ਵਿੱਚ ਬਹੁਤ ਜ਼ਿਆਦਾ ਅੱਗੇ ਚੱਲ ਰਿਹਾ ਵਾ ਯਾਨੀ ਕਿ ਉਹ ਇਸ ਯਾਦਗਾਰ ਨੂੰ ਦੇਖ ਕੇ ਸਿੱਖੀ ਵੱਲ ਜ਼ਰੂਰ ਜਾਣਗੇ। ਸੋ ਤੁਸੀਂ ਕਹਿ ਰਹੇ ਜਿੱਦਾਂ ਭਾਈ ਅਜੈਬ ਸਿੰਘ ਨੇ ਵੀ ਕਿਹਾ ਅਜੈਬ ਸਿੰਘ ਗਰਚਾ ਨੇ ਕਿਹਾ ਸੀ ਵੀ ਜੇ ਤੁਸੀਂ ਆਪਣੀ ਹਿਸਟਰੀ ਭੁਲਾ ਲਏ ਤਾਂ ਤੁਸੀਂ ਆਪ ਹੀ ਗਵਾਚ ਗਏ ਔਰ ਪੰਜਾਬ ਦੀ ਨੌਜਵਾਨ ਪਨੀ ਦੇ ਤਦੀ ਗਵਾਚੀ ਫਿਰਦੀ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਾਡੇ ਨਾਲ ਹੋਇਆ ਕਿ 25 ਸਾਲ ਪਹਿਲਾਂ 30 ਸਾਲ ਪਹਿਲਾਂ ਕੀ ਹੋਇਆ।
ਇਹ ਤੁਸੀਂ ਕਹਿ ਰਹੇ ਇੱਕ ਇਹ ਵੀ ਇੱਕ ਬਿਮਾਰੀ ਡਰਗ ਦੀ ਜਿਹੜੀ ਬਿਮਾਰੀ ਇਹ ਕਾਰਨ ਵੀ ਹੈਗਾ ਹਾਂਜੀ ਕੁਝ ਮੀਡੀਆ ਵੀ ਹੈ ਨਹੀਂਗਾ ਜੀ 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 ਯਾ ਓਕੇ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਚਰਨ ਸਿੰਘ ਕੋਲ ਆਉਂਦੇ ਹਾਂ ਆਪਾਂ ਭਾਈ ਸਾਹਿਬ ਜੀ ਪਹਿਲਾਂ ਆਉਣਾ ਚਾਹੁੰਦੇ ਸੀ ਹਾਂਜੀ ਮਾਈਕ ਲਾ ਦਿਓ ਚਰਨ ਸਿੰਘ ਜੀ ਹਾਂਜੀ ਜਿਹਨੇ ਵੀ ਬੋਲਣਾ ਤੁਸੀਂ ਖੜੇ ਹੋ ਜਾਓ ਤੁਹਾਨੂੰ ਮਾਈਕ ਜਦੋਂ ਆ ਗਿਆ ਤਾਂ ਤੁਸੀਂ ਬੋਲ ਪਾਓ ਨਹੀਂ ਤਾਂ ਮੈਂ ਤਾਂ ਜਿਹੜਾ ਹੁਣ ਚਰਨ ਸਿੰਘ ਦਾ ਹੈਗਾ ਸਾਡਾ ਮੈਂ ਜੋ ਆਪ ਜੀ ਨੇ ਸਵਾਲ ਕੀਤਾ ਸੀ ਕਿ ਸਾਡੇ ਜਿਹੜੇ ਹਿੰਦੂ ਵੀਰ ਵੀ ਸੁਣ ਰਹੇ ਆ ਹਾਂਜੀ ਹਾਂਜੀ ਕਿਉਂਕਿ ਖਾਲਸਾ ਜਿਹੜਾ ਇਹ ਕਿਸੇ ਦਾ ਵੈਰੀ ਨਹੀਂ ਸਭ ਦਾ ਮਿੱਤਰ ਆ ਸਿਰਫ ਦੁਸ਼ਟਾਂ ਦਾ ਵੈਰੀ ਆ ਜਿਹੜਾ ਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਰਾ ਕੁਝ ਸਾਡੇ ਵਾਸਤੇ ਸਿਧਾਂਤ ਲਿਖਿਆ ਸਾਨੂੰ ਉਹਦੇ ਤੋਂ ਜਾਣਕਾਰੀ ਹੋਣੀ ਚਾਹੀਦੀ ਆ ਸੰਸਾਰ ਦੇ ਵਿੱਚ ਦੋ ਪੱਖ ਤੋਂ ਸੰਸਾਰ ਤੁਰਿਆ ਰਾਖਸ਼ ਬੁੱਧੀ ਤੇ ਦੇਵਤਾ ਬੁੱਧੀ ਰਾਖਸ਼ ਬਣੇ ਸੀ ਉਹਨਾਂ ਤੋਂ ਬਾਅਦ ਦੇਵਤੇ ਬਣਾਏ ਕਿਉਂਕਿ ਉਹਨਾਂ ਨੇ ਸਾਰਾ ਕੁਝ ਭੁਲਾ ਦਿੱਤਾ ਹੁਣ ਵੀ ਜਿਹੜੇ ਯਾਦਗਾਰ ਦੀ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਜਿਹੜੇ ਅੱਜ ਤੁਸੀਂ ਦੇਖੋਗੇ ਪੰਜਾਬ ਦੇ ਦੁਕਾਨਾਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਗੱਡੀਆਂ ਦੇ ਉੱਤੇ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਉਹਨਾਂ ਨੇ ਸੰਤ ਜਰਨੈਲ ਸਿੰਘ ਦੀ ਫੋਟੋ ਲਾਈ ਹੋਈ ਆ ਇੱਕ ਕਾਰਨ ਇਹ ਵੀ ਸੀ ਵੀ ਸੰਤਾਂ ਦੀ ਕਿਉਂ ਉੱਥੇ ਨਾ ਸ਼ਾਇਦ ਟਕਸਾਲ ਦਾ ਕਰਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਵੀ ਟਕਸਾਲ ਦਾ ਮੁਖੀ ਸੀ ਉਹਨਾਂ ਨੇ ਸਾਰਿਆਂ ਨੇ ਫੋਟੋ ਲਾਈਆਂ ਹਿੰਦੂਆਂ ਨੇ ਵੀ ਆਪਣੇ ਦੁਕਾਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਦੀਆਂ ਫੋਟੋ ਲਾਈਆਂ ਇੱਕ ਨੌਜਵਾਨ ਇੱਥੇ ਆਇਆ ਸੀ ਉਹ ਫੈਡਰੇਸ਼ਨ ਦਾ ਸੀ ਉੱਥੇ ਕੰਮ ਕਰਦਾ ਦਲਜੀਤ ਸਿੰਘ ਉਹਦਾ ਨਾਂ ਸੀ ਇਸ ਵੇਲੇ ਆਸਟ੍ਰੇਲੀਆ ਜਿਵੇਂ ਭੁੱਲਦਾ ਨਹੀਂ ਜੀ ਜੀ ਉਹਨੇ ਪੰਜਾਬ ਦੇ ਵਿੱਚੋਂ 2 ਸਿਲੈਕਟ ਕਰਨੇ ਸੀ ਮਿਲਟਰੀ ਦੇ ਕਿਸੇ ਕਾਰਜ ਵਾਸਤੇ ਮੈਨੂੰ ਪਤਾ ਨਹੀਂ ਉਹਦਾ ਕੀ ਕੋਰਸ ਸੀ ਮੈਨੂੰ ਦੱਸਿਆ ਉਹਨੇ ਤੇ ਜਿਹੜਾ ਹਿੰਦੂ ਜਰਨਲ ਸੀਗਾ ਇੱਕ ਜਿਹਨੇ ਉਹ ਸਾਰੇ ਉਹਨਾਂ ਦੇ ਦੂਸਰੇ ਲਏ ਐਗਜ਼ਾਮ ਲਏ ਜਾਂ ਉਹਨਾਂ ਕੋਲ ਸਵਾਲ ਪੁੱਛੇ ਕਿ ਤੁਸੀਂ ਸਭ ਤੋਂ ਬਹੁਤਾ ਪ੍ਰੇਮ ਕਿਹਨੂੰ ਕਰਦੇ ਆ 2 ਜਾਂ 3 ਦੇ ਨਾਂ ਉਹਨਾਂ ਨੇ ਪੁੱਛਿਆ ਤੇ ਉਹਨੇ ਲਿਖਿਆ ਕਿ ਮੈਂ ਆਪਣੀ ਮਾਂ ਨਾਨੀ ਨੂੰ ਤੇ ਸੰਤ ਜਰਨੈਲ ਸਿੰਘ ਨੂੰ ਸਭ ਤੋਂ ਜ਼ਿਆਦਾ ਪ੍ਰੇਮ ਕਰਦਾ ਉਹਨਾਂ ਨੇ ਉਸ ਨੂੰ ਜਰਨਲ ਨੇ ਉਸ ਮੁੰਡੇ ਨੂੰ ਸਿੰਘ ਨੂੰ ਪੁੱਛਿਆ ਬੁਲਾਇਆ ਆਪਣੇ ਦਫ਼ਤਰ ਦੇ ਵਿੱਚ ਉਹਨੂੰ ਕਹਿੰਦਾ ਵੀ ਤੂੰ ਸੰਤ ਜਰਨੈਲ ਸਿੰਘ ਨੂੰ ਕਿਉਂ ਸਭ ਤੋਂ ਜ਼ਿਆਦਾ ਪ੍ਰੇਮ ਕਰਦਾ ਉਹ ਕਹਿੰਦਾ ਵੀ ਮੈਨੂੰ ਇਹਨੇ ਸਿਲੈਕਟ ਨਹੀਂ ਕਰਨਾ ਜਾਂ ਗੁੱਸੇ 'ਚ ਆ ਕੇ ਸ਼ਾਇਦ ਮੇਰੇ ਉੱਤੇ ਇਹਨੇ ਸਵਾਲ ਕੀਤਾ ਉਹ ਕਹਿੰਦਾ ਕਿਉਂਕਿ ਉਹ ਸੱਚਾ ਸੀ ਸੱਚ ਬੋਲਦਾ ਸੀ ਸੱਚ ਲਈ ਲੜਿਆ ਤੇ ਸੱਚ ਲਈ ਕੁਰਬਾਨੀ ਕਹਿੰਦਾ ਬਹੁਤ ਗੁੱਡ ਔਰ ਸਾਰੇ ਪੰਜਾਬ ਦੇ ਵਿੱਚ ਉਸ ਮੁੰਡੇ ਨੂੰ ਸਿਲੈਕਟ ਕੀਤਾ ਹੁਣ ਵੀ ਜਿਹੜੇ ਹਿੰਦੂ ਵੀਰ ਆ ਉਹਨਾਂ ਨੂੰ ਕਿਸੇ ਗੱਲ ਦਾ ਉਹਨਾਂ ਨੂੰ ਪਤਾ ਸੀ ਕਿ ਸੰਤ ਜਰਨੈਲ ਸਿੰਘ ਨੇ ਕਿੰਨੇ ਹਿੰਦੂ ਵੀਰਾਂ ਦੀ ਮਦਦ ਕੀਤੀ ਕਿਵੇਂ ਜੇਲ੍ਹਾਂ ਦੇ ਵਿੱਚ ਮੰਦਿਰ ਬਣਵਾਏ ਇਹ ਲੋਕਾਂ ਦੇ ਜਿਹੜਾ ਪ੍ਰਾਪੋਗੰਡੇ ਦਾ ਜਿਵੇਂ ਸਾਡੇ ਕਹਿੰਦੇ ਵੀ ਸਿੱਖ ਹੁੰਦੇ ਹੋਏ ਸਿੱਖੀ ਦੀ ਵਿਰੋਧਤਾ ਕਰ ਰਹੇ ਆ ਇਸ ਕਰਕੇ ਸਾਨੂੰ ਸਿੱਖ ਕੰਮ ਦੀ ਵਿਰੋਧਤਾ ਨਹੀਂ ਕਰਨੀ ਉਦਾਂ ਪਰਸਨਲ ਵੋਟਾਂ ਵਾਸਤੇ ਜੋ ਮਰਜ਼ੀ ਕਰੋ ਇੱਥੇ ਵੀ ਜਿਵੇਂ ਬਾਬਾ ਦੀਪ ਸਿੰਘ ਹੁਣ ਲਖਪਤ ਰਾਏ ਸੀ ਉਹ ਸਿੱਖਾਂ ਦੇ ਕਹਿੰਦਾ ਸੀ ਤੁਹਾਡੇ ਕੇਸਾਂ ਨਾਲ ਮੈਂ ਆਪਦੇ ਘੋੜੇ ਬੰਨਣੇ ਤਾਂ ਮੈਂ ਕਦੇ ਕੁਛ ਕਰਨਾ ਉਹਨੇ ਕਿੰਨੇ ਦਿਨ ਸਜ਼ਾ ਭੁਗਤੀ ਹੁਣ ਵੀ ਜਰਨਲ ਕੁਛ ਜ਼ਿਆਦਾ ਦਿਨ ਭੁਗਤਦੇ ਆ ਕੁਛ ਥੋੜੇ ਦਿਨ ਭੁਗਤ ਕੇ ਚਲੇ ਗਏ ਪਰ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਤੇ ਜਾ ਕੇ ਹਿੰਦੂ ਵੀ 1 ਲੱਖ ਬੰਦਾ ਘੱਟ ਤੋਂ ਘੱਟ ਰੋਜ਼ ਮੱਥਾ ਟੇਕਦਾ ਹਿੰਦੂ ਵੀਰ ਵੀ ਜਾਂਦੇ ਆ ਸਿੱਖ ਵੀਰ ਵੀ ਜਾਂਦੇ ਆ ਹਰਮੰਦਰ ਸਾਹਿਬ ਦੇ ਅਟੈਕ ਦੇ ਵਿੱਚ ਸਿੱਖ ਵੀ ਸ਼ਹੀਦ ਹੋਏ ਹਿੰਦੂ ਵੀਰ ਵੀ ਸ਼ਹੀਦ ਹੋਏ ਆ ਜੋ ਤੁਸੀਂ ਕਹਿ ਰਹੇ ਆ ਕਿ ਜੇ ਇੱਕ ਨਮੂਨਾ ਪੇਸ਼ ਕੀਤਾ ਸੀਗਾ ਜਿਹੜੇ ਕਿ ਆਪਾਂ 84 ਚ ਜਦੋਂ ਘੱਲੂਘਾਰਾ ਹੋਇਆ ਬਾਅਦ ਜੋ ਆਪਾਂ ਮਜ਼ਾਰੇ ਵੀ ਕਰਦੇ ਰਹੇ ਆ ਤਾਂ ਆਪਾਂ ਉਦੋਂ ਜਜ਼ਬਾਤੀ ਹੋ ਕੇ ਜਾਂ ਬਦਲਣ ਦੀ ਭਾਵਨਾ ਹੋ ਕੇ ਹਿੰਦੂ ਕੁੱਤੇ ਮਾਰੋ ਜੁੱਤੇ ਐਸੀਆਂ ਗਲਤ ਕੰਮ ਕੀਤੇ ਉਦੋਂ ਤੁਸੀਂ ਕਹਿ ਰਹੇ ਆ ਵੀ ਇਹ ਵੀ ਇੱਕ ਪ੍ਰੋਪੇਗੈਂਡਾ ਸੀਗਾ ਵੀ ਇਹ ਕਿਸੇ ਸਿੱਖ ਹਿੰਦੂ ਦੀ ਲੜਾਈ ਸੀ ਗਰਚਾ ਸਾਹਿਬ ਤੁਸੀਂ ਦੱਸੋ ਮੈਂ ਬੇਨਤੀ ਇੱਕ ਇਹਦੇ ਬਾਰੇ ਕਰ ਰਹੀ ਜੇ ਤੁਸੀਂ ਮੇਰੇ ਤੇ ਸਵਾਲ ਕੀਤਾ ਮੈਨੂੰ ਕਿਉਂਕਿ ਅਸੀਂ ਆਪ ਖੁਦ ਮੈਂ ਤਾਂ ਕਹਿੰਦਾ ਸੀ ਆਪ ਖੁਦ ਨਾਰੇ ਲਾਏ ਉਹਦਾ ਕਾਰਨ ਇਹ ਸੀ ਕਿ ਮੁਗਲ ਫੌਜ ਜਿਹੜੇ ਮੁਗਲ ਸੀਗੇ ਇਹਨਾਂ ਨੇ ਕਿੰਨੇ 100 ਸਾਲ ਇੰਡੀਆ ਦੇ ਉੱਤੇ ਰਾਜ ਕੀਤਾ ਉਹ ਮੁਗਲਾਂ ਦੇ ਨਾਲ ਸਿੱਧੀ ਲੜਾਈ 10ਵੇਂ ਪਾਤਸ਼ਾਹ ਨੇ ਕੀਤੀ ਕਿੰਨੀਆਂ ਲੜਾਈਆਂ 6ਵੇਂ ਪਾਤਸ਼ਾਹ ਨੇ ਕੀਤੀਆਂ ਨਾ ਲੜਾਈਆਂ ਪਰ ਮੁਸਲਮਾਨ ਆ ਕੇ 6ਵੇਂ ਪਾਤਸ਼ਾਹ ਦੇ ਕੋਲ ਵੀ ਰਹਿੰਦੇ ਸੀ 10ਵੇਂ ਪਾਤਸ਼ਾਹ ਸਾਰੇ ਗੁਰੂ ਸਾਹਿਬਾਨਾਂ ਦੇ ਕੋਲ ਮੁਸਲਮਾਨ ਆ ਕੇ ਰਹਿੰਦੇ ਸੀ ਗੱਲ ਕਾਰਨ ਸੀ ਜਿਹੜਾ ਦੁਸ਼ਟ ਬੰਦਾ ਇਹ ਉਸ ਵਾਸਤੇ ਨਾ ਵਰਤਿਆ ਜਾਂਦਾ ਕਿਉਂਕਿ ਬਹੁਤੀ ਗਿਣਤੀ ਜਿਹੜੀ ਸੀ ਉਹਨਾਂ ਦੀ ਵੀ ਰੌਲਾ ਪਾਉਣ 'ਚ ਹੋ ਗਈ ਇਸ ਕਰਕੇ ਕਈ ਵਾਰੀ ਇਹ ਚੀਜ਼ ਹੋ ਜਾਂਦੀ ਹੈ ਦੂਸਰੇ ਨੂੰ ਦੱਸਣ ਵਾਸਤੇ ਕਿ ਤੁਸੀਂ ਸਾਰੇ ਇੱਕ ਪੱਖ ਤੇ ਨਾ ਹੋਈ ਜਾਵੋ ਸੰਤ ਜਰਨੈਲ ਸਿੰਘ ਕਹਿੰਦੇ ਸੀ ਪੇਪਰਾਂ ਵਾਲਿਓ ਮੀਡੀਆ ਵਾਲਿਓ 0 ਨਾ ਕਰੀ ਜਾਓ ਕਿਤੇ ਇੱਕ ਵੀ ਲਾ ਲਓ ਤੁਹਾਡੀ ਕੀਮਤ ਪੈ ਜਾਏ ਹੁਣ ਵੀ ਮੀਡੀਆ ਦਾ ਵੀ ਇਹ ਕੰਮ ਹੁੰਦਾ ਕਿ ਸੱਚਾਈ ਨੂੰ ਸਾਹਮਣੇ ਲਿਆਉਣਾ ਪਹਿਲਾਂ ਮੈਂ ਗਵਾਉਣਾ ਨਹੀਂ ਚਾਹੁੰਦਾ ਸੋ ਬਹੁਤ ਧੰਨਵਾਦ ਕਰਚਾ ਸਾਹਿਬ ਮੈਂ ਤੁਹਾਨੂੰ ਪੁੱਛਣਾ ਕਿ ਮੈਨੂੰ ਲੱਗਦਾ ਥੋੜੀ ਜਿਹੀ ਸਾਡੀ ਹੁਣ ਖਾਲਿਸਤਾਨੀਆਂ ਦੀ ਵੀ ਸੁਰ ਬਦਲ ਰਹੀ ਆ ਕਿ ਇੱਕ ਟਾਈਮ ਸੀਗਾ ਵੀ ਖਾਲਿਸਤਾਨੀ ਵੀ ਕੁਝ ਫਿਰਕਾ ਪ੍ਰਸਤ ਸੋਚ ਦੇ ਵਿੱਚ ਫਸ ਗਏ ਸੀ ਜਾਂ ਪ੍ਰੋਪਗੈਂਡਾ ਕਰਕੇ ਜਾਂ ਬਦਲੇ ਦੀ ਭਾਵਨਾ ਜਾਂ ਗੁੱਸੇ 'ਚ ਹੁਣ ਥੋੜੀ ਰੈਸ਼ਨੈਲਿਟੀ ਆ ਗਈ ਆ ਜੋ ਮੈਂ ਵੀਰ ਤੋਂ ਵਿਚਾਰ ਸੁਣੇ ਵੀ ਇੱਕ ਕਿਸਮ ਦੀ ਲੋਕ ਲਹਿਰ ਦੀ ਗੱਲ ਹੁਣ ਚੱਲ ਪਈ ਕਿ ਜੋ ਯਾਦਗਾਰ ਆ ਇਹ
ਜ਼ਾਲਮ ਦੇ ਖਿਲਾਫ ਵੀ ਜਿਹੜੀ ਇੱਕ ਸਰਕਾਰ ਜਿਹਨੇ ਆਪਣੇ ਲੋਕਾਂ ਤੇ ਇੰਨੇ ਜ਼ੁਲਮ ਕੀਤੇ, ਤਾਂ ਇਹਦੇ ਵਿੱਚ ਕਿਉਂਕਿ ਜ਼ੁਲਮ ਤਾਂ ਹਿੰਦੂਆਂ ਤੇ ਵੀ ਹੁੰਦਾ, ਗਰੀਬਾਂ ਤੇ ਹੁੰਦਾ, ਕਿਉਂ ਨਾ ਇੱਕ ਇਹਦਾ ਨਮੂਨਾ ਇਦਾਂ ਬਣ ਜਾਵੇ ਵੀ ਇੱਕ ਜਿੱਦਾਂ ਲਿਬਰੇਸ਼ਨ ਦੀ ਵਾਰ ਜਿਹੜੀ ਸੀਗੀ ਅਗੇਂਸਟ ਕਰਪਟ ਗਵਰਨਮੈਂਟਸ, ਇਹਦਾ ਨਮੂਨਾ ਨਾ ਬਣਾਇਆ ਜਾਵੇ। ਇਹਦੇ ਬਾਰੇ ਤੁਸੀਂ ਕਹਿ ਰਹੇ ਦੇਖੋ ਸਿੱਖ ਦੀ ਹਿਸਟਰੀ ਤੇ ਇੱਕ ਗੁਰਬਾਣੀ ਸ਼ਬਦ ਉਹਦਾ ਨਾ ਕੋ ਵੈਰੀ ਨਾ ਹੀ ਬੇਗਾਨਾ, ਤੇ ਜਦੋਂ ਇਸ ਗੱਲ ਨੂੰ ਆਪਾਂ ਮੁੱਖ ਰੱਖ ਕੇ ਤੁਰਦੇ ਹੈਗੇ ਆ ਤਾਂ ਕਿਸੇ ਵੀ ਸਿੱਖ ਲਈ ਕੋਈ ਬੇਗਾਨਾ ਨਹੀਂ ਹੈਗਾ। ਹੁਣ ਗੱਲ ਤੁਸੀਂ ਵਿੱਚ ਇੱਕ ਟੋਟਕਾ ਛੱਡਿਆ ਸੀਗਾ ਕਿ ਪਿਛਲੇ ਸਮੇਂ 'ਚ ਅਸੀਂ ਭਾਵੁਕ ਹੋ ਕੇ ਹਿੰਦੂਆਂ ਜਾਂ ਮੁਸਲਮਾਨਾਂ ਦੇ ਗਾਂਸ ਕੋਈ ਮੁਸਲਮਾਨਾਂ ਵਿਚਾਰ ਦੇ ਖਿਲਾਫ ਆਪਾਂ ਗੱਲ ਨਹੀਂ, ਪਰ ਹਿੰਦੂਆਂ ਦੇ ਜ਼ਰੂਰ ਚਲੋ ਆਪਾਂ ਹਿੰਦੂਆਂ ਤੱਕ ਕਹੀਆਂ ਸੀਗੀਆਂ, ਹਿੰਦੂਆਂ ਸੁਖਵਿੰਦਰ ਸਿੰਘ ਵੀ ਬੈਠੇ ਸਾਰੇ, ਆਪਾਂ we're all guilty, let's be honest। ਹਿੰਦੂਆਂ ਤੱਕ ਹੀ ਸੀਮਤ ਰਹਿਣੇ ਆਪਾਂ। ਮੈਂ ਸਮਝਦਾ ਵੀ ਉਹ ਸਾਡੀ ਇੱਕ ਬਹੁਤ ਹੀ ਹੋਸ਼ੀ ਹੌਲ ਕਦਮੀ ਸੀਗੀ ਜਿਹਨੂੰ ਅਸੀਂ ਵਿਚਾਰਿਆ ਨਹੀਂ ਕਦੀ। ਮੈਂ ਸਮਝਦਾ ਵੀ ਹੱਲੇ ਵੀ ਅਸੀਂ ਮੈਚੁਰ ਨਹੀਂ ਹੋਏ। ਸੱਚੀ ਗੱਲ ਤੇ ਵੀ ਮੇਰੇ ਮਨ 'ਚ ਸਟਰੋਂਗ ਵਿਊ ਹੈਗੇ ਆ। ਅਸੀਂ ਲਰਨ ਕਰ ਰਹੇ ਹਾਂ। ਸਿੱਖ ਦਾ ਮਤਲਬ ਹੀ ਸਿੱਖਣਾ ਹੈਗਾ ਹੀ, ਦਿਨੋਂ ਦਿਨ ਸਿੱਖ ਰਹੇ ਹੈਗੇ ਆ। ਅਗੇਨ ਕ੍ਰੈਡੀਬਿਲਿਟੀ ਟੂ ਸਿੱਖ ਚੈਨਲ, ਸਾਨੂੰ ਬਹਿ ਕੇ ਆਪਣੀ ਪੜਾਸ ਕੱਢਣ ਦਾ ਮੌਕਾ ਮਿਲਿਆ। ਮੈਂ ਸਮਝਦਾ ਵੀ ਮੈਂ ਕਈ ਵਾਰੀ ਇਹ ਵਿਚਾਰ ਆਪਣੇ ਲਿਖੇ ਵੀ ਆ, ਮੈਂ ਮੀਡੀਆ 'ਚ ਕਹਿਣਾ ਵੀ ਹੈਗਾ ਬਈ ਸਾਨੂੰ ਆਪਣੇ ਦੁਨੀਆ ਤੇ ਸਿੱਖ ਮੀਡੀਆ ਨੂੰ, ਜਿਨ੍ਹਾਂ ਨੇ ਬੋਲਣਾ ਖੜੇ ਹੋ ਜਾਓ ਜੀ, ਦੁਨੀਆ 'ਚ ਸਿੱਖ ਮੀਡੀਆ ਨੂੰ ਹਰ ਰੇਡੀਓ ਤੇ ਹਰ ਟੀਵੀ ਤੇ ਘੱਟੋ ਘੱਟ ਹਰ ਹਫ਼ਤੇ 2 ਘੰਟੇ ਦਾ ਪ੍ਰੋਗਰਾਮ ਸਿੱਖ ਸੋਚ ਵਿੱਚ ਰੱਖਣਾ ਚਾਹੀਦਾ, ਤਾਂ ਕਿ ਹਰ ਬਸ਼ਰ ਜਿਹੜਾ ਹੈਗਾ ਉਹ ਆਪਣੇ ਮਨ ਦੀ ਪੜਾਸ ਕੱਢ ਸਕੇ। ਉਹ ਚੰਗੀ ਜਾਂ ਮਾੜੀ, ਅਸੀਂ ਉਹ 'ਚੋਂ ਕੁਝ ਸਿੱਖਣਾ ਹੈਗਾ। ਕਿਉਂਕਿ ਜਦੋਂ ਕੁਝ ਬੰਦਾ ਬੋਲ ਰਿਹਾ ਉਹਦੇ ਵਿਚਾਰਾਂ 'ਚੋਂ ਅਸੀਂ ਕੁਝ ਲੱਭਣਾ ਹੁੰਦਾ। ਜਿੰਨੀ ਦੇਰ ਅਸੀਂ ਦੁੱਧ 'ਚ ਮਧਾਣੀ ਨਹੀਂ ਪਾਉਂਦੇ, ਮੱਖਣ ਨਹੀਂ ਆਉਂਦਾ। ਸੋ ਮੈਂ ਸਮਝਦਾ ਵੀ ਆਪਾਂ ਜਿਹੜੀ ਵਿਚਾਰਾਂ ਕਰ ਰਹੇ ਹਾਂ, ਉਹ 'ਚੋਂ ਚੰਗੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਪੱਲੇ ਬੰਨੀਏ ਤੇ ਜਿਹੜੀਆਂ ਮਾੜੀਆਂ ਗੱਲਾਂ ਉਹਨਾਂ ਨੂੰ ਛੱਡੀਏ ਆਪਾਂ। ਮੈਂ ਹੁਣ ਸੰਗਤ ਮੈਂ ਤੁਹਾਡੇ ਲਈ ਇੱਕ ਸਵਾਲ, ਤੁਸੀਂ ਇਹਦਾ ਆਨਸਰ ਤਿਆਰ ਕਰ ਲਓ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਨਾ ਵੀ ਹੋਲੋਕਾਸਟ ਮੈਮੋਰੀਅਲ ਬਰਲਿਨ ਦੇ ਵਿੱਚ ਬਣਿਆ। It is that because of the Holocaust, but it has much greater significance for all humanity. Yeah, I'll touch so on how that. can you link that to this ਯਾਦਗਾਰ? ਹਾਂਜੀ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਮੈਮੋਰੀਅਲ ਆ ਇਹ ਬਣਨਾ ਜ਼ਰੂਰ ਚਾਹੀਦਾ, ਕਿਉਂਕਿ ਜਿਹੜੀ ਸਾਡੀ ਗਾਂ ਪਨੀਰੀ ਵੈਸਟਰਨ ਵਰਲਡ ਵਿੱਚ ਆ, ਜਿਨ੍ਹਾਂ ਨੂੰ 84 ਦੇ ਚੱਕਰ ਵਿੱਚ ਉਹਨਾਂ ਦਾ ਜਨਮ ਵੀ ਨਹੀਂ ਸੀ ਹੋਇਆ। ਆਈ ਕਮ ਅਕ੍ਰੋਸ ਲੋਟ ਆਫ ਸਿੱਖ ਸਾਡੇ ਬੱਚੇ ਜਿਨ੍ਹਾਂ ਨੂੰ 84 ਦੇ ਚੱਕਰ ਦਾ ਨਹੀਂ ਪਤਾ। ਐਂਡ ਇਫ ਆਈ ਐਡਮਿਟ ਇਟ, ਉਸ ਟਾਈਮ ਦੇ ਉੱਤੇ ਮੈਂ ਵੀ ਕੋਈ ਖਾਸ ਇੱਧਰਲੇ ਪਾਸੇ ਨੂੰ ਨਹੀਂ ਸੀਗਾ। ਤੇ ਪਰ ਹੁਣ ਇਹ ਜਿਹੜੀ ਹੈ ਸਾਡੀ ਹਿਸਟਰੀ ਆ, ਇਹ ਸਾਰੀ ਇਹ ਡਿਸਕਸ਼ਨ ਹੋ ਰਹੀ ਆ ਕਿ ਇਹ ਸਾਡਾ ਹਿਸਟੋਰੀਕਲ ਇਵੈਂਟ ਹੋਈ ਆ, ਰਾਈਟ। ਦੂਜਾ ਵਿਚਾਰ ਕੀਤਾ ਗਿਆ ਕਿ ਜਿਹੜੀ ਸਰਕਾਰ ਆਏਗੀ ਉਹਨੂੰ ਇਸ ਚੀਜ਼ ਦਾ ਭੈ ਵੀ ਹੋਏਗਾ ਕਿ ਅਸੀਂ ਇਹ ਕੰਮ ਗਾਂ ਤੋਂ ਇਦਾਂ ਦਾ ਕੋਈ ਸਿੱਖਾਂ ਦੇ ਕੌਮ ਦੇ ਨਾਲ ਨਾ ਕਰੀਏ। ਜਿਹੜੀ ਦੂਜੀ ਗੱਲ ਆ ਕਿ ਕਿਸੇ ਪੰਜਾਬ ਦੇ ਵਿੱਚ ਜਿਹੜਾ ਇਹ ਗੱਲ ਕੀਤੀ ਗਈ ਆ ਕੈਪਟਨ ਨੇ, ਮੈਂ ਵੀ ਇੰਟਰਨੈਟ ਤੇ ਪੜ੍ਹੀ ਸੀ ਕਿ ਇਹ ਜਿਹੜੀ ਗੱਲ ਕੀਤੀ ਗਈ ਆ ਕਿ ਇਹਦੇ ਨਾਲ ਡਰ ਕੁਝ ਨਹੀਂ ਹੈਗਾ, ਰਾਈਟ। ਸੋ ਇਹ ਸਿਰਫ ਇੱਕ ਸਾਡੀ ਹਿਸਟੋਰੀਕਲ ਇਵੈਂਟ ਹੋਈ ਆ, ਇਟਸ ਨਥਿੰਗ ਟੂ ਡੂ ਵਿਦ ਦਮਦਮੀ ਟਕਸਾਲ। ਪਰ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ, ਕਿਉਂਕਿ ਜੇ ਤੁਸੀਂ ਮੈਨੂੰ ਅੱਜ ਮੌਕਾ ਦਿਓ, ਉਹ ਇਹ ਆ ਕਿ ਅਸੀਂ ਸਾਰੇ ਕਹਿੰਦੇ ਆ, ਮੈਂ ਖੁਦ ਚਾਹੁੰਦਾ ਸਾਨੂੰ ਸਾਡੇ ਦੇਸ਼ ਦੇ ਵਿੱਚ ਸਾਡਾ ਆਪਣਾ ਘਰ ਹੋਵੇ, ਅਸੀਂ ਜਾਈਏ, ਅਸੀਂ ਆਰਾਮ ਨਾਲ ਬੈਠੀਏ। ਪਰ ਜਿਹੜੀ ਬੇਸ ਆ ਸਾਡਾ ਹੈ ਉਹ 10ਵੇਂ ਪਾਤਸ਼ਾਹ ਦੀ ਸਿੱਖੀ ਦੇ ਉੱਤੇ ਹੈ, ਠੀਕ ਹੈ ਜੀ। ਕਿਉਂਕਿ ਜਿੰਨੀ ਦੇਰ ਤੱਕ ਹੁਣ ਆਪਾਂ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਦਾ ਆਪਾਂ ਨਾਂ ਲੈਣੇ, ਮੈਂ ਬਹੁਤ ਐਡਮਾਇਰ ਕਰਦਾ। ਮੈਂ ਉਹਨਾਂ ਦੇ ਬਾਰੇ ਹੁਣ ਮੈਂ 5 DVD ਵੀ ਲੈ ਆਇਆ। ਪਰ ਵਿਚਾਰ ਗੱਲ ਆ ਕਿ ਉਹਨਾਂ ਦਾ ਜੇ ਜੀਵਨ ਦੇਖੀਏ ਤੇ ਜਿੰਨਾ ਉਹਨਾਂ ਦੇ ਨਾਲ ਸਿੰਘ ਜਥੇ ਸੀਗੇ, ਹਾਂਜੀ, ਉਹਨਾਂ ਦਾ ਸਾਰਿਆਂ ਦਾ ਜਿਹੜਾ ਜੀਵਨ ਸੀ ਨਾ, ਉਹ ਸਾਡੇ ਸਿੱਖਾਂ ਦਾ ਪਹਿਲੋ ਜੀਵਨ ਉਹ ਸਾਰਾ ਹੋਣਾ ਚਾਹੀਦਾ। ਕਿਉਂਕਿ ਜਿਹੜੀ ਗੱਲ ਆ ਕਿ 10ਵੇਂ ਪਾਤਸ਼ਾਹ ਦਾ ਜਿਹੜੀ ਆਪਾਂ ਆਉਣਾ ਯੂਨੀਵਰਸਿਟੀ 'ਚ 10ਵੇਂ ਪਾਤਸ਼ਾਹ, ਸਾਨੂੰ ਅੰਮ੍ਰਿਤ ਛਕਣਾ ਪੈਣਾ ਔਰ ਤਿਆਰ ਹੋਣਾ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਮੇਰੀਆਂ ਭੈਣਾਂ ਪਿੱਛੇ ਬੈਠੀਆਂ, ਮੈਂ ਭੈਣਾਂ ਕੋਲ ਵੀ ਜਾਣਾ, ਮਾਈਕ ਪਿੱਛੇ ਲਿਓ ਜੀ। ਫਿਰ ਆਪਾਂ ਭਾਈ ਸਾਹਿਬ ਕੋਲ ਆਉਂਗੇ ਤੇ ਫਿਰ ਆਪਾਂ ਸੁਖਵਿੰਦਰ ਸਿੰਘ ਤੋਂ ਆਪਣਾ ਆਨਸਰ ਤਿਆਰ ਕਰ ਲਾ। ਹਾਂਜੀ, ਖੜੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਇੱਕ ਤਾਂ ਮੈਂ ਪਹਿਲਾਂ ਗੱਲ ਕਹਿਣੀ ਕਿ ਹਾਂਜੀ, ਜਿਹੜੀ ਬੁੱਕ JK ਰੋਲਨ ਨੇ ਲਿਖੀ ਸੀ ਨਾ, ਹਾਂਜੀ, ਤੁਸੀਂ ਸ਼ਾਰਟ ਕਰ ਦਿਓ ਕਿਉਂਕਿ ਆਪਣਾ ਟੌਪਿਕ ਹੈ ਨਹੀਂ, ਪਰ ਸ਼ਾਰਟ ਕਹਿ ਦਿਓ। ਹਾਂਜੀ, ਤਾਂ ਉਹਨੇ, ਮੈਂ ਕਹਿੰਦੀ ਆ ਕਿ ਉਹਨੇ ਬਹੁਤ ਚੰਗਾ ਕੀਤਾ ਜਿਹੜਾ ਅਸੀਂ ਆਪ ਨਹੀਂ ਕਰ ਸਕੇ ਨਾ, ਤਾਂ ਉਸ ਕਿਸੇ ਦੂਜੇ ਧਰਮ ਨੇ ਕਰ ਦਿੱਤਾ। ਕਿ ਮੈਂ ਉਦੋਂ ਆਉਣਾ ਚਾਹੁੰਦੀ ਸੀ, ਨਹੀਂ ਆ ਸਕੀ ਨਾ। ਯਾਦਗਾਰ ਦੇ ਬਾਰੇ ਦੱਸੋ। ਤੇ ਯਾਦਗਾਰ ਜ਼ਰੂਰ ਬਣਨੀ ਚਾਹੀਦੀ ਆ ਕਿ ਜੇ
ਅਕਾਲ ਤਖਤ ਉਸੇ ਤਰ੍ਹਾਂ ਰਹਿੰਦਾ ਨਾ ਜਿੱਦਾਂ ਸੀਗਾ ਤਾਂ ਫਿਰ ਲੋੜ ਨਹੀਂ ਸੀ ਪੈਣੀ। ਭੈਣ ਜੀ ਉਦੋਂ ਤੁਸੀਂ ਦੇਖਿਆ ਕਿਉਂਕਿ ਉਹਨਾਂ ਸਰਕਾਰ ਨੇ ਪਹਿਲਾਂ ਤਾਂ ਪਰਦਾ ਪਾ ਰੱਖੇ ਵੀ ਸਿੱਖਾਂ ਨੂੰ ਦਿਸੇ ਨਾ ਚੀਜ਼, ਹਾਂਜੀ ਫਿਰ ਉਹ ਸਰਕਾਰੀ ਨਿਹੰਗ ਨੂੰ ਲਿਆ ਕੇ ਤਾਂ ਢਵਾ ਕੇ ਤਾਂ ਇੱਕ ਸਰਕਾਰੀ ਕਾਲ ਤਾਂ ਖੜਾ ਕਰਤਾ ਸੀ। ਹਾਂਜੀ ਉਹਨਾਂ ਦੀ ਕੀ ਡਰ ਸੀ, ਉਹਨਾਂ ਨੂੰ ਕਿਹੜੀ ਗੱਲ ਦਾ ਡਰ ਸੀਗਾ ਜਿਹੜਾ ਕਿ ਅੱਜ ਵੀ ਉਹੀ ਡਰ ਪੈਦਾ ਹੋ ਗਿਆ? ਕਿ ਇਹੋ ਹੀ ਸੀਗਾ ਕਿ ਵੀ ਇਹਨਾਂ ਨੂੰ ਪਤਾ ਨਾ ਲੱਗੇ ਵੀ ਕੀ ਹੋਇਆ ਸੀਗਾ ਕੀ ਨਹੀਂ ਹੋਇਆ ਸੀ, ਕਿ ਉਹਨਾਂ ਨੂੰ ਆਪਣਾ ਡਰ ਖਾਂਦਾ ਸੀਗਾ ਇਸ ਕਰਕੇ ਕਿ ਤੇ ਮੈਂ ਤਾਂ ਕਹਿੰਦੀ ਜ਼ਰੂਰੀ ਬਣਨੀ ਚਾਹੀਦੀ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੇ ਉਹਨਾਂ ਨੂੰ ਵੀ ਪਤਾ ਲੱਗੇ। ਤਾਂ ਬੈਟਰ ਤਾਂ ਇਹੋ ਹੀ ਸੀਗਾ ਜੇ ਉਦਾਂ ਦਾ ਉਦਾਂ ਹੀ ਰਹਿ ਜਾਂਦਾ ਨਾ, ਉਹ ਸਾਰਿਆਂ ਨਾਲ ਗੁੱਡ ਸੀਗਾ। ਪਰ ਆਪਾਂ ਤਾਂ ਸਿੱਖ ਆਪਣਾ ਇਤਿਹਾਸਕ ਗੁਰਦੁਆਰੇ ਆਪ ਹੀ ਢਾਈ ਜਾਂਦੇ ਤੇ ਸਰਕਾਰਾਂ ਦੀ ਲੋੜ ਹੀ ਨਹੀਂ ਹੈਗੀ, ਕਿਉਂਕਿ ਅਸੀਂ ਮਨ ਨਹੀਂ ਨਾ ਕਰ ਆਪਣਾ ਸਟਰੋਂਗ ਰੱਖਦੇ ਕਿਤੇ ਮਨ ਜੇ ਮਨ ਸਟਰੋਂਗ ਹੋਵੇ ਤਾਂ ਤਨ ਕਹਿੰਦੇ ਡਿੱਗਦਾ ਨਹੀਂ। ਤਾਂ ਮੈਂ ਸੁਣਿਆ ਸੀ ਵੀ ਜੋ ਬਾਬਾ ਨਾਮ ਸਿੰਘ ਜੀ ਜੋ ਉਹ ਬਣਾ ਰਹੇ ਵੀ ਉਹਦੇ ਵਿੱਚ ਅੰਦਰ ਕੀ ਹੋਗਾ, ਉਹਨਾਂ ਨੇ ਜਿਹੜੀਆਂ ਉਸ ਟਾਈਮ ਦੀਆਂ 84 ਤੋਂ ਕੁਝ ਜਿਹੜੀ ਨਿਸ਼ਾਨੀਆਂ ਹੈਗੀਆਂ ਉਹ ਤਿਆਰ ਕੀਤੀਆਂ ਹੈਗੀਆਂ ਜਿਹੜਾ ਕਿ ਉੱਥੇ ਡਿਸਪਲੇ ਕੀਤੀਆਂ ਜਾਣਗੀਆਂ ਜਿਹਦੇ ਨਾਲ ਪਤਾ ਲੱਗੇਗਾ ਵੀ ਕੁਝ ਫੀਲਿੰਗ ਹੋਗੀ ਵੀ ਇੱਥੇ ਉਹ 6 ਜੂਨ ਦੇ ਆਲੇ ਦੁਆਲੇ ਕੀ ਵਾਪਰਿਆ ਸੀਗਾ। ਤੇ ਮੈਂ ਇਹ ਵੀ ਆਸ ਕਰਦਾ ਵੀ ਉੱਥੇ ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈਗਾ, ਕਿਉਂਕਿ ਸਾਡੇ ਕੋਲ ਬਹੁਤ ਵੀਡੀਓ ਫੁਟੇਜ ਹੈਗੀ ਆ ਜਿਹੜੀ ਕਿ ਇੰਟਰਨੈਟ ਉਹ ਵੀ ਉੱਥੇ ਡਿਸਪਲੇਸ ਹੋਣੀਆਂ ਚਾਹੀਦੀਆਂ, ਔਰ ਐਸੇ ਹੀ ਉੱਥੇ ਰੂਮ ਹੋਣਾ ਚਾਹੀਦਾ ਜਿੱਥੇ ਤੁਹਾਨੂੰ ਵੜਦਿਆਂ ਨੂੰ ਇੱਦਾਂ ਮਹਿਸੂਸ ਹੋਵੇ ਵੀ ਜਿਹੜਾ 6 ਜੂਨ ਦਾ ਮਾਹੌਲ ਪੈਦਾ ਹੋ ਗਿਆ, ਜਿੱਦਾਂ ਤੋਪਾਂ ਦੇ, ਕਿਉਂਕਿ ਜਿਹੜਾ ਮਿਊਜ਼ੀਅਮ ਹੁੰਦਾ ਨਾ ਉਹਦਾ ਐਵਰੀ ਸੈਂਸ ਇੱਕ ਤਾਂ ਦ੍ਰਿਸ਼ ਦੀ ਨਾਲ ਹੁੰਦਾ, ਇੱਕ ਜਿਹੜੀ ਇੰਦਰੀਆਂ ਤੁਹਾਡੀਆਂ ਨਾ ਸਾਰੀਆਂ ਇੰਦਰੀਆਂ ਨੂੰ ਪਤਾ ਲੱਗੇ ਵੀ ਇੱਥੇ ਕੁਝ ਹੋਇਆ ਸੀਗਾ। ਸੋ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ। ਹੋਰ ਮੇਰੀਆਂ ਭੈਣਾਂ ਨੇ ਜੇ ਵਿਚਾਰ ਦੇਣਾ ਨਹੀਂ ਤਾਂ ਹਾਂਜੀ ਭਾਈ ਸਾਹਿਬ ਜੀ ਕਾਫੀ ਦੇਰ ਦੇ ਸੋ ਭਾਈ ਸਾਹਿਬ ਜੀ ਕੋਲ ਆਉਂਗੇ, ਆਜੋ ਭਾਈ ਸਾਹਿਬ ਜੀ। ਫਿਰ ਤਲੋਜੀ ਤੋਂ ਆਪਾਂ ਬਾਅਦ ਚ ਆਉਂਗੇ ਤੁਹਾਡੇ ਕੋਲ, ਤੁਸੀਂ ਫਿਰ ਆਪਣੇ ਤਿਆਰ ਰੱਖਿਓ ਆਪਣੇ ਆਨਸਰ, ਆਪਾਂ ਬਾਅਦ ਚ ਆਉਂਦੇ ਤੁਹਾਡੇ ਕੋਲ। ਇਹਨਾਂ ਦੇ ਕੋਲ ਤਾਂ ਮਾਈਕ ਹਮੇਸ਼ਾ ਹੀ ਆ, ਇਹ ਬੋਲਦੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜਿਹੜੀ ਯਾਦਗਾਰ ਬਣਨੀ ਜਾਂ ਸ਼ਹੀਦਾਂ ਦੀ ਯਾਦਗਾਰ ਬਣਨੀ ਸੀ, ਥੋੜਾ ਟਾਈਮ ਇੱਧਰ ਉੱਧਰ ਹੋ ਸਕਦਾ ਕਿਉਂਕਿ ਪਿਛਲੀਆਂ ਯਾਦਗਾਰਾਂ ਨੂੰ ਦੇਖ ਕੇ ਦੇਖ ਲਓ, ਉਹ ਵੀ ਕਿਤੇ ਬਾਬਾ ਜੀ ਦੀ, ਬਾਬਾ ਦੀਪ ਸਿੰਘ ਜੀ ਦੀ, ਬਾਬਾ ਗੁਰਬਖਸ਼ ਸਿੰਘ ਜੀ ਦੀ ਉਸ ਵੇਲੇ ਨਹੀਂ ਬਣ ਗਈਆਂ, ਕੋਈ ਟਾਈਮ ਲੱਗਿਆ ਹੋਊਗਾ ਜਾਂ ਕੁਛ ਨਾ ਕੁਛ ਸਿੱਖ ਮਿਸਲਾਂ ਬਣੀਆਂ ਜਾਂ ਕਿੱਦਾਂ ਕੋਈ ਨਾ ਕੋਈ ਜਦ ਥੋੜ੍ਹੀ ਸਿੱਖਾਂ ਕੋਲ ਤਾਕਤ ਆਈ। ਜਿੰਨੇ ਵੀ ਗੁਰੂ ਘਰ ਬਣੇ ਆ ਸਿੱਖ ਰਾਜ ਵੇਲੇ ਬਣੇ ਜਿੰਨੇ ਵੀ, ਇਸ ਕਰਕੇ ਸੀਸਗੰਜ ਗੁਰਦੁਆਰਾ ਇੱਕ ਸਮਾਂ ਉਹ ਮੁਗਲਾਂ ਦਾ ਉੱਥੇ ਰਾਜ ਸੀ। ਹਾਂਜੀ, ਤੇ ਉਹ ਕਿਉਂਕਿ ਜਦੋਂ ਵੀ ਖਾਲਸੇ ਕੋ ਰਾਜ ਭਾਜ ਆਇਆ ਤਾਂ ਉਦੋਂ ਹੀ ਯਾਦਗਾਰਾਂ ਬਣੀਆਂ। ਹੁਣ ਵੀ ਇਹ ਯਾਦਗਾਰ ਭਾਵੇਂ ਜਿੰਨਾ ਮਰਜ਼ੀ ਵਿਰੋਧ ਕਰਦੇ ਇਹ ਬਣਨੀ ਹੈ, ਇਹਨੂੰ ਕੋਈ ਨਹੀਂ ਡੱਕ ਸਕਦਾ। ਦੂਜਾ ਮੈਂ ਗੱਲ ਕਹਿ ਦੇਵਾਂ, ਇਹ ਖਾਲਿਸਤਾਨ ਵੀ ਡੱਕ ਲੈਣ, ਖਾਲਿਸਤਾਨ ਬਣਨਾ ਹੀ ਬਣਨਾ। ਜਿਹੜਾ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨਾ, ਸੁੱਖੇ ਜਿੰਦੇ ਦੀ ਵਾਰਸੀ ਲੰਘ ਕੇ ਗਈ ਕਿ ਨਹੀਂ, ਉਹਨਾਂ ਨੇ ਅਰਦਾਸਾਂ ਕਿੱਦਾਂ ਦੀਆਂ ਕੀਤੀਆਂ ਜਿਹੜੀਆਂ ਨੇ ਮੌਤ ਨੂੰ ਆਪਣੇ ਪੰਜੇ 'ਚ ਬੰਦ ਕੀਤਾ ਸੀ। ਹੁਣ ਜਿੰਦਾ ਸ਼ਹੀਦ ਰਾਜੋ ਹੋਣਾ, ਉਹ ਸਾਰੀ ਸਿੱਖ ਕੌਮ ਨੂੰ ਇਕੱਠੇ ਕਰ ਦਿੱਤੇ। ਸਾਰੀ ਸਿੱਖ ਕੌਮ ਦੇ ਵਿੱਚ ਇੱਦਾਂ ਦੇ ਯੋਧੇ ਮਹਾਰਾਜ ਜਦੋਂ ਮਰਜੀ ਇੰਨੇ 'ਚ ਕਰ ਸਕਦਾ ਕਲਗੀਧਰ ਪਿਤਾ, ਪਰ ਸਾਨੂੰ ਗੁੱਟ ਸਿੱਖ ਬਣਨ ਦੀ, ਸਿੱਖੀ ਤੇ ਚੱਲਣ ਦੀ ਜ਼ਰੂਰਤ ਆ। ਦੂਜਾ ਭਾਈ ਸਾਹਿਬ ਜਿਹੜਾ ਤੁਸੀਂ ਕਿਹਾ ਸੀ ਨਾ, ਅਸੀਂ ਹਿੰਦੂਆਂ ਨੂੰ ਅਸੀਂ ਹਿੰਦੂ ਕੁੱਤੇ ਮਾਰੀ ਜੁੱਤੀ, ਇਹਦੇ ਤੁਹਾਡੇ ਅਗੂਆਂ ਦੇ ਨਾਲ ਮੈਂ ਇਹਦੇ ਨਾਲ ਸਹਿਮਤ ਨਹੀਂ। ਮੈਂ ਨਹੀਂ ਕਹਿ ਰਿਹਾ ਹੋਣਾ ਚਾਹੁੰਦਾ, ਨਹੀਂ ਦੇਖੋ ਜੀ, ਨਹੀਂ ਕੀਤੀਆਂ ਗਲਤੀਆਂ, ਅਸੀਂ ਕੋਈ ਗਲਤੀ ਨਹੀਂ ਕੀਤੀ। ਅੱਛਾ, ਤੁਸੀਂ ਕਿਹਾ ਵੀ ਠੀਕ ਸੀਗਾ? ਠੀਕ ਸੀਗਾ। ਜਦ ਤੁਸੀਂ ਜ਼ਖਮੀ ਹੁੰਦੇ ਆ ਨਾ ਜੀ, ਤੁਸੀਂ ਉਸ ਵੇਲੇ ਮੂਹਰੇ ਇਦਾਂ ਹੀ ਕਰਦੇ ਆ। ਜੇ ਤੁਸੀਂ ਹੈ ਨਾ ਇਦਾਂ ਨਹੀਂ ਕਰਦੇ ਫਿਰ ਤੁਹਾਨੂੰ ਜ਼ਖਮ ਦਾ ਦੁੱਖ ਨਹੀਂ ਹੁੰਦਾ। ਜੇ ਤੁਹਾਡੇ ਬਾਣੀ ਪਤਾ ਕੀ, ਬਾਣੀ ਵਾਲੀ ਜਿਹੜੀ ਅਵਸਥਾ ਨਾ ਬ੍ਰਹਮ ਗਿਆਨੀ ਦੀ, ਉਹ ਬੰਦ ਕਟਾ ਕੇ ਵੀ ਨਹੀਂ ਕੁਛ ਕਹਿੰਦੀ। ਉਸ ਅਵਸਥਾ ਤੇ ਅਸੀਂ ਨਹੀਂ ਹੈਗੇ। ਉਸ ਅਵਸਥਾ ਜਿੱਦਣ ਚੱਲ ਗਿਆ ਨਾ ਉਦੋਂ ਤੁਸੀਂ ਕਿਸੇ ਨੂੰ ਨਾ ਕਹੋਗੇ। ਦੂਜਾ ਕਿ ਮੈਂ ਤੁਹਾਨੂੰ ਦੱਸ ਦੇਵਾਂ, ਕਿੰਨੇ ਕਰੋੜਾਂ ਹਿੰਦੂ ਆਰਮਾਂ ਦੇ ਆ, ਕਿੰਨਿਆਂ ਨੇ ਤੁਹਾਨੂੰ ਦਿੱਲੀ ਦੇ ਵਿੱਚ ਕਰੋੜਾਂ ਸਿੱਖਾਂ ਨੂੰ ਭਜਾ ਕੇ ਮਾਰਿਆ, ਲੱਖਾਂ ਨੂੰ। ਕਿਸੇ ਇੱਕ ਹਿੰਦੂ ਨੇ ਕਿਹਾ ਖੁੱਲ ਕੇ? ਕੁਲਦੀਪ ਨਹੀਂ ਇਹ ਹੋਣੀ ਕੋਈ ਘੁਮਾਕ ਮੁਕੇ ਤੁਹਾਨੂੰ ਸਾਰੇ ਹਿੰਦੂਆਂ ਨੂੰ ਆਪਾਂ ਨਹੀਂ ਗਿਣ ਸਕਦੇ ਨੇ, ਸਾਰੇ ਇੱਕ ਅੱਧਾ ਵਿੱਚ ਵੀ ਸਾਡੇ ਦੁਸ਼ਮਣ ਹੈਗੇ ਆ ਤੇ ਹਿੰਦੂਆਂ ਦੇ ਵਿੱਚ ਵੀ। ਦੂਜੀ ਮੈਂ ਗੱਲ ਤੁਹਾਨੂੰ ਦੱਸ ਦਵਾਂ, ਇਹ ਜਿਹੜਾ ਸਿੱਖ ਦਾੜੀ ਕੇਸ ਰੱਖਣਾ ਨਹੀਂ ਬਣਦਾ। ਜਦ ਹੁਣ ਸਿੱਖੀ ਦੀ ਨਿਸ਼ਾਨੀ ਇੱਕ ਆ, ਜਦ ਆਪਣਾ ਕੋਈ ਨਾ ਗੁਰੂ ਗ੍ਰੰਥ ਸਾਹਿਬ ਤੇ ਆਪਣੇ ਸਿੱਖ ਨਾ ਕੁਛ ਹੁੰਦਾ, ਜਿੰਨਾ ਤੁਹਾਨੂੰ ਦੁੱਖ ਲੱਗਦਾ ਉਨੀ ਸਿੱਖੀ ਤੁਹਾਡੇ ਅੰਦਰ ਆ। ਜਿਨ੍ਹਾਂ ਨੂੰ ਦੁੱਖ ਲੱਗਿਆ ਸੀ ਉਹਨੂੰ ਸ਼ਹੀਦੀਆਂ ਪਾਤੀਆਂ। ਹੁਣ ਜੇ ਤੁਸੀਂ ਚੌੜੇ ਹੋ ਕੇ ਬੈਠੇ ਰਹੋ ਵੀ ਦਾੜਾ ਪ੍ਰਕਾਸ਼ ਕਰਕੇ ਤੁਸੀਂ ਗਾਤਰਾ ਪਾ ਕੇ ਵੀ ਸਿੱਖਿਆ, ਇਦਾਂ ਸਿੱਖ ਨਹੀਂ ਬਣਦਾ। ਜਦ ਸਿੱਖੀ ਨਾਲ ਕੁਛ ਹੁੰਦਾ, ਜਦ ਤੁਹਾਡੇ ਅੰਦਰ ਕੋਈ ਫੀਲ ਹੁੰਦਾ ਨਾ, ਉਨੀ ਸਿੱਖੀ ਤੁਹਾਡੇ ਅੰਦਰ ਆ ਜੇ ਤੁਹਾਨੂੰ ਉਹਦਾ। ਤੇ ਦੂਜਾ ਇਹ ਪਤਾ ਕੀ ਗੱਲ ਆ, ਹੁਣ ਸੰਤਾਂ ਨੇ, ਇੰਦਰਾ ਗਾਂਧੀ ਨੇ ਕਿਹਾ ਸੀ, ਸੰਤਾਂ ਦੇ ਵੇਲੀ ਗੱਲ, ਸੰਤ ਭਿੰਡਰਾਂ ਵਾਲਿਆਂ ਦੇ ਵੇਲੀ ਗੱਲ ਆ ਵੀ ਸਿੱਖ ਬਾਹਰਲੇ ਸਿੱਖਾਂ ਦਾ ਸਿੱਖ ਸੋਚਣ।
ਉਦੋਂ ਸੰਤਾਂ ਨੇ ਕਿੰਨੇ ਤੁਹਾਨੂੰ ਪਤਾ ਕਿੰਨੇ ਚੰਗੇ ਹਿੰਦੂਆਂ ਦੀ ਮਦਦ ਕੀਤੀ, ਸਾਰਿਆਂ ਦੀ ਮਦਦ, ਜਿਹੜਾ ਸੰਤਾਂ ਕੋਲ ਚੱਲ ਜਾਂਦਾ ਸੀ ਉਹਦੀ ਮਦਦ ਕਰਦੇ। ਫਿਰ ਸੰਤਾਂ ਨੇ ਕਿਹਾ ਸੀ 12 ਵਜੇ ਉੱਥੇ ਮਸਾਲਾ ਦੇਣੀਆਂ ਚਾਹੀਦੀਆਂ, ਯਾਨੀ ਕਿ ਐਜੂਕੇਟ ਦੇ ਕਰਨਾ ਵੀ ਸਿੱਖ ਫਿਰਕਾ ਪ੍ਰਸਤ ਨਹੀਂ ਹੈਗਾ। ਹਾਂਜੀ ਨਹੀਂ, ਬਿਲਕੁਲ ਨਹੀਂ, ਬਿਲਕੁਲ। ਸੰਤਾਂ ਨੇ ਉਸ ਵੇਲੇ ਕਿਹਾ ਸੀ ਜੇ ਇੰਦਰਾ ਗਾਂਧੀ ਇਦਾਂ ਸੋਚਦੀ ਆ ਬਾਹਰਲੇ ਸਿੱਖਾਂ ਦਾ ਵੀ ਉਹ ਵੀ ਇੱਥੇ ਪੰਜਾਬ ਦੇ ਹਿੰਦੂਆਂ ਦਾ ਵੀ ਸੁਗਲ ਸੋਚੇ। ਫਿਰ ਸਵਾਲ ਸੀ ਉਹਨਾਂ ਦਾ, ਫਿਰ ਉਹਨਾਂ ਨੇ ਸੰਤਾਂ ਦੇ ਕੇਸ ਦੱਸ ਦਿਆ। ਸੰਤਾਂ ਨੇ ਫਿਰ ਇਹ ਵੀ ਕਿਹਾ ਵੀ ਉਹ ਪ੍ਰਧਾਨ ਮੰਤਰੀ, ਮੈਂ ਹੈਗਾ ਸਿੱਖਾਂ ਦਾ ਟਕਸਟਾਈਲ ਦਾ ਜਥੇਦਾਰ, ਉਹ ਸਾਰੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਆ, ਉਹਦੀ ਜ਼ਿੰਮੇਵਾਰੀ ਮੈਨੂੰ ਘੱਟ ਹੈ ਕਿ ਵੱਧ, ਉਹ ਬਿਆਨ ਕਿੱਦਾਂ ਦਿੰਦੀ ਆ। ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਭਾਈ ਸਾਹਿਬ ਸੋਚਣਾ ਚਾਹੀਦਾ। ਬਿਲਕੁਲ ਹੀ ਹੁਣ ਜਿਹੜੀ YouTube ਤੇ ਜਿਹੜੀ ਵੀਡੀਓ ਆ, ਹੁਣ ਮੈਂ ਨਾ ਪਹਿਲਾਂ ਟਾਈਮ ਲੈਣਾ ਨਾ ਸੀ, ਪਰ ਹੁਣ ਮੈਂ 2 ਮਿੰਟ ਲੈਣੇ ਤੁਹਾਡੇ ਪਲੀਜ਼। ਜੇ ਬਹੁਤ ਨਾ ਵਿਸ਼ੇ ਛੇੜਦੀ ਪਤਾ ਕੀ ਗੱਲ ਹੈ, ਜਿਹੜੀ ਹਿੰਦੂਆਂ ਦੀ YouTube ਤੇ ਪਹਿਲੀ ਗੱਲ ਜਿਹੜੀ ਉਹ ਮੈਂ ਦੂਜਿਆਂ ਨੂੰ ਪੇਸ਼ ਕਰਨੀ, ਉਹ ਤੁਹਾਡੀ ਭੁੱਲ ਜਾਣੀ। ਫਿਰ ਸੋ ਮੈਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਚਲੋ ਭਾਈ ਸਾਹਿਬ ਤੁਸੀਂ ਆ ਜਾਓ, ਫਿਰ ਭਾਈ ਸਾਹਿਬ ਜੀ, ਫਿਰ ਤਰਨੋ ਸਿੰਘ ਜੀ, ਫਿਰ ਆਪਾਂ ਸੁਖਵਿੰਦਰ ਕੋਲ ਆਉਣਾ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਰਾਜੂਆਣਾ ਸਾਹਿਬ ਦੀ ਜੀ, ਇਹ ਇੱਕ ਮੀਡੀਆ ਸੀ ਜਿਹਨੇ ਚੁੱਕਿਆ। ਦੂਸਰੀ ਗੱਲ ਇਹ ਆ ਕਿ ਇਹ ਆਪਾਂ ਨੂੰ ਬੜੀ ਦੂਰਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਵਾ, ਕਿਉਂਕਿ ਇਹ ਕੋਈ ਰਾਜੂਆਣੇ ਨੂੰ ਫਾਂਸੀ ਹੋ ਸਕਦਾ ਗਵਰਨਮੈਂਟ ਨੇ ਨਾ ਦੇਣੀ ਹੋਵੇ, ਕਿਉਂਕਿ ਆਪਾਂ ਯਾਦਗਾਰ ਦੀ ਗੱਲ ਕਰ ਰਹੇ ਹਾਂ ਕਿ 28 ਸਾਲ ਹੋ ਗਿਆ ਰਾਜ ਕਰਨਾ ਨਾ, ਡਿਸਪਲਿਨ ਵੀ ਸਾਨੂੰ ਚਾਹੀਦੀ। 28 ਸਾਲ ਹੋ ਗਏ ਆਪਣੇ ਭਾਈ ਸਾਹਿਬ ਹਾਂਜੀ, ਮੈਂ ਉਸੇ ਇਸ਼ੂ ਤੇ ਆ ਕਿ 28 ਸਾਲ ਹੋ ਗਏ ਆ ਇਹ ਯਾਦਗਾਰ ਨੂੰ, ਆਪਣੀ 28 ਸਾਲ ਬਾਅਦ ਬਣੀ ਆ। 28 ਸਾਲ ਬਾਅਦ ਇੰਨਾ ਘਾਣ ਹੋਇਆ ਕਿ ਕੋਈ ਵੀ ਪਿੰਡ ਦੇ ਵਿੱਚ, ਕਿਉਂਕਿ ਅਸੀਂ ਜਦੋਂ ਕੱਛਾਂ ਬਰੈਣਾ ਸਮੇਤ ਜਾਂਦੇ ਸਾਂ, ਟੋਲਟਾਂ ਬਾਅਦ ਚ ਬਣੀਆਂ ਪਿੰਡੀ ਤਾਈਂ, ਮਾਫ ਕਰਨਾ, ਉਦੋਂ ਟੋਲਟਾਂ ਘੱਟ ਸੀ। ਜਦੋਂ ਬਾਹਰ ਜਾਣਾ, ਜੰਗਲ ਪਾਣੀ ਜਾਣਾ, ਪੁਲਿਸ ਨੇ ਚੁੱਕ ਲੈਣੇ ਮੁੰਡੇ ਇਦਾਂ ਹੀ, ਔਰ ਮੁੰਡਿਆਂ ਦੇ ਆਹੂ ਲਾ ਦੇਣੇ, ਜਿੰਨੇ ਮਾਰਨੇ ਉਨੀਆਂ ਫੀਤੀਆਂ। ਮੈਂ ਇਹ ਗੱਲ ਸੋਚਦਾ, ਸਾਰੇ ਸਿਆਣੇ ਬੰਦੇ ਇਹ ਗੱਲ ਸੋਚਦੇ ਆ ਕਿ ਰਾਜੂਆਣੇ ਫਾਂਸੀ ਦਾ ਉਹਨਾਂ ਕਰਕੇ ਜਿਹੜੀ ਸਿੱਖ ਨੌਜਵਾਨ 28 ਸਾਲਾਂ ਬਾਅਦ 28 ਸਾਲ ਹੋ ਗਏ, ਪੁੱਤ ਜਵਾਨ ਹੋ ਗਏ, ਜਨਰੇਸ਼ਨ ਨਵੀਂ ਜਨਰੇਸ਼ਨ ਹੋ ਗਈ, ਉਹਨਾਂ ਦਾ ਕੰਮ ਸੀ ਲੋਕ ਪੁੜਕਣਗੇ ਅਸੀਂ ਸਿੱਖਾਂ ਨੂੰ ਮਾਰਾਂਗੇ। ਉਸ ਤੋਂ ਬਾਅਦ ਜਿਹੜਾ ਫਿਰ ਗੁਰਦਾਸਪੁਰ ਕਾਂਡ ਹੋਇਆ, ਜੰਗ ਮੁੰਡਾ ਮਾਰਿਆ, ਬਹੁਤਾ ਇਤਿਹਾਸ ਹਾਂਜੀ, ਆਪਾਂ ਉਹਦੇ ਹਾਂਜੀ ਕਾਦੇ ਵਾਸਤੇ ਨਾ ਉੱਥੇ ਰਹੀਏ। ਦੂਸਰਾ ਯਾਦਗਾਰ ਜਿਹੜੀ ਆ ਸਿੱਖ ਸਾਡੇ ਨੇ ਵੀ ਟੀਵੀ ਬੰਦ ਸਿੱਖ ਸ਼ਹੀਦਾਂ ਦੀ ਯਾਦਗਾਰ ਬਣ ਜਾਣੀ। ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦਗਾਰ ਬਣੀ, ਔਰ ਔਰੰਗਜ਼ੇਬ ਦੀ ਔਰੰਗਾਬਾਦ ਦਾਸ ਨੇ ਖੁਦ ਵੇਖੀ ਆ 79 ਦੇ ਵਿੱਚ, ਲਾਗੋਂ ਦੀ ਲੈਣ ਲੰਘਦੀ ਆ, ਔਰੰਗਜ਼ੇਬ ਦਾ ਉੱਥੇ ਕੋਈ ਦੀਵਾ ਨਹੀਂ ਜਗਾਉਂਦਾ। ਔਰ ਬੜੀ ਇੱਕ ਖੁਸ਼ੀ ਦੀ ਗੱਲ ਇਹ ਆ ਕਿ ਈਪਰ ਫਰਾਂਸ ਦੇ ਵਿੱਚ, ਬੈਲਜੀਅਮ ਦੇ ਬਾਰਡਰ ਦੇ ਉੱਤੇ ਗੋਰਿਆਂ ਨੇ ਉੱਥੇ ਆਪਣੇ, ਜਦੋਂ ਵਰਲਡ ਵਾਰ ਦੇ ਵਿੱਚ ਸਿੱਖ ਸ਼ਹੀਦ ਹੋਏ ਆ, ਉੱਥੇ ਗਿਆ ਸੀ ਗੋਲਡਨ ਟੈਂਪਲ ਵੱਲੋਂ ਆਪਣਾ ਗੁਲਦਸਤਾ ਭੇਟ ਕਰਨ। ਅਸੀਂ ਹੈਰਾਨ ਹੋ ਗਏ। ਉੱਥੇ ਇੰਗਲੈਂਡ ਦੀ ਰਾਣੀ ਵੀ ਗਈ, ਜਿਹੜੀ ਉੱਥੇ ਯਾਦਗਾਰੀਆਂ ਬਣੀਆਂ। ਗੇਟ ਦੇ ਪਹਿਲੇ ਜਿਹੜੇ ਨਾਂ ਲਿਖੇ ਆ, ਉਹ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ, ਪਿੰਡ ਫਲਾਨਾ, ਪੱਤੀ ਫਲਾਨੀ, ਉਹਨਾਂ ਨੇ ਸਾਂਭ ਕੇ ਰੱਖੇ ਆ। ਮੈਂ ਆਪਣੇ ਸਿੱਖ ਵਿਦਵਾਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੇ ਦਰਬਾਰ ਸਾਹਿਬ ਸ਼ਹਾਦਤ ਜਿਨ੍ਹਾਂ ਨੇ ਦਿੱਤੀ ਆ, ਉਹ ਚਾਹੇ ਜਿਨ੍ਹਾਂ ਦੀ ਯਾਦਗਾਰ ਬਣ ਰਹੀ ਆ, ਕੀ ਸਾਡੇ ਕੋਲ ਉਹਨਾਂ ਦੇ ਪਿਓਆਂ ਦੇ, ਉਹਨਾਂ ਦੇ ਪਿੰਡ ਦੇ ਨਾਂ ਹੈਗੇ ਆ? ਮੈਂ ਤੁਹਾਡਾ ਜਿਹੜਾ ਸਵਾਲ ਕਰਚਾ ਸਾਹਿਬ, ਉਹ ਕਹਿ ਰਹੇ ਵੀ ਜਿੱਦਾਂ ਈਪਰ ਬਣੀ ਆ ਜੀ ਜੀ ਜੀ, ਇਸ ਯਾਦਗਾਰ ਦੇ ਵਿੱਚ ਕਿਉਂ ਨਾ ਜਿੰਨੇ ਵੀ ਸ਼ਹੀਦ ਸੀਗੇ, ਜਿੰਨਾ ਸਾਨੂੰ ਪਤਾ ਨਾਵਾਂ ਦੇ, ਉਹਨਾਂ ਦੇ ਵੀ ਉੱਥੇ ਨਾਂ ਬਣਾਈ, ਹਿਸਟਰੀ ਚ ਆ ਜਾਣ। ਕਿ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ, ਮੈਂ ਤੇ ਸਮਝਦਾ ਵੀ ਆਪਾਂ ਨੂੰ ਸਾਰਿਆਂ ਨੂੰ ਅੱਜ ਖੁੱਲ ਕੇ ਪੰਜਾਬ ਗਵਰਨਮੈਂਟ ਦੀ ਇਸ ਮੁੱਦੇ ਤੇ ਸਪੋਰਟ ਕਰਨੀ ਚਾਹੀਦੀ ਹੈ। ਅੱਜ ਨਿਊਜ਼ ਚੱਲ ਰਹੀ ਹੈ ਤੁਹਾਡੇ ਸਾਹਮਣੇ, ਪਿੱਛੇ ਸੁਖਬੀਰ ਬਾਦਲ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ, ਔਰ ਸਰਕਾਰ ਚਾਹੁੰਦੀ ਆ ਵੀ ਸਾਰਾ ਸਿੱਖ ਸਮਾਜ ਜਿਹੜਾ ਸਾਨੂੰ ਇਸ ਮੁੱਦੇ ਤੇ ਇਕਜੁੱਟ ਹੋ ਕੇ ਬੈਕਅਪ ਕਰੇ, ਤੇ ਅਸੀਂ ਇਸ ਜਿਹੜੀ ਹੈਗੀ ਆ ਯਾਦਗਾਰ ਉਸ ਸਿਰੇ ਚੜਾ ਸਕੀਏ। ਅਗਰ ਅਸੀਂ ਇਕੱਲੇ ਹੋ ਕੇ ਉਹਨਾਂ ਨੂੰ ਖਿੱਚੋ ਖਿਚਾਈ, ਕਿਉਂਕਿ ਅਸੀਂ ਇੱਥੇ ਬੈਠੇ ਛੇਤੀ ਕਹਿ ਸਕਦੇ ਹਾਂ ਸੁਖਬੀਰ ਬਾਦਲ ਮਾੜਾ ਤੇ ਬਾਦਲ ਮਾੜਾ, ਬਟ ਜਿਹੜੇ ਉਹਨਾਂ ਦੇ ਚੰਗੇ ਕੰਮ ਹੈ ਉਹਨੂੰ ਸਲਾਉਣਾ ਚਾਹੀਦਾ। ਚਾਚਾ ਸਾਹਿਬ ਦਾ ਬਾਦਲ ਵਾਲੇ ਉਧਰ ਹੀ ਜਾਂਦੇ, ਜਿਹੜਾ ਮੈਂ ਸਵਾਲ ਪੁੱਛਦਾ, ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵੀ ਕਦੇ ਮਿਸ਼ਨ ਤਾਂ ਨਹੀਂ ਤੁਹਾਨੂੰ ਦਿੱਤਾ ਉਹਨਾਂ ਨੇ ਕੋਈ? ਨਹੀਂ, ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਵੀ ਜਿੱਥੇ ਉਹਨਾਂ ਦੀ ਪਾਲਿਸੀ ਮੈਨੂੰ ਗਲਤ ਲੱਗਦੀ ਹੈ, ਮੈਂ ਖੁੱਲ੍ਹ ਕੇ ਉਹਦੇ ਅਗੇਂਸਟ ਵੀ ਖੜਦਾ, ਐਸੀ ਗੱਲ ਕੋਈ ਨਹੀਂ, ਕਿਉਂਕਿ ਦਿਸ ਇਜ਼ ਮਾਈ ਵੇ ਆਫ। ਮੈਂ ਵੀਰ ਜੀ ਕੋਲ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਵੀ ਜਦੋਂ ਨਾ ਤੁਸੀਂ ਬੋਲਣਾ ਹੋਵੇ ਤਾਂ ਤੁਸੀਂ ਖੜੇ ਹੋ ਜਾਓ, ਤਾਂ ਸਾਨੂੰ ਪਤਾ ਵੀ ਤੁਸੀਂ ਬੋਲਣਾ ਨਹੀਂ, ਤਾਂ ਪਤਾ ਇੱਧਰ ਸਟੇਜ ਵੱਲ ਜਾਏਗਾ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਰਿੰਦਰ ਸਿੰਘ ਖਾਲਸਾ ਦਾਸ ਸੇਵਾ ਨਿਭਾ ਰਿਹਾ ਹੈ ਸਿੰਘ ਸਭਾ ਗੁਰਦੁਆਰਾ ਹੈਂਡਵਰਥਵੁੱਡ। ਇਹ ਵੈਸੇ ਹੁਣ ਗਰਚਾ ਸਾਹਿਬ ਨੂੰ ਤੁਸੀਂ ਕਹਿ ਦਿੱਤਾ ਹੈਗਾ, ਉਹਨਾਂ ਨੂੰ ਨਾਂ ਵੀ ਲੈ ਦਿੱਤਾ। ਵੈਸੇ ਮੈਂ ਕਹੂੰਗਾ ਜ਼ਰੂਰ ਅਕਾਲੀ ਪਾਰਟੀ ਬਾਦਲ ਸਰਕਾਰ ਵਿੱਚ ਵੈਸੇ ਨੰਬਰ ਲੈ ਰਹੀ ਆ, ਕਿਉਂਕਿ ਉਹ ਘੱਟ ਤੇ ਘੱਟ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਉਹ ਉਹਨਾਂ ਸ਼ਹੀਦ ਸਿੰਘਾਂ ਦੀ ਯਾਦਗਾਰ ਬਣਾ ਰਿਹਾ ਹੈ। ਹੋ ਸਕਦਾ ਬਾਕੀ ਉਹਨੂੰ ਕੌਮ ਬੜਾ ਵੱਡਾ ਨੰਬਰ ਦੇਵੇ, ਕਿਉਂਕਿ ਇਹ ਇੰਨੇ ਸਾਲਾਂ ਬਾਅਦ ਉਹਨਾਂ ਸ਼ਹੀਦਾਂ ਨੇ, ਉਹਨਾਂ ਸਿੰਘਾਂ ਨੇ ਜਿਨ੍ਹਾਂ ਨੇ ਐਡੀ ਬੜੀ ਕੁਰਬਾਨੀ ਕੀਤੀ, ਜਿਨ੍ਹਾਂ ਦੇ ਕਰਕੇ ਸਾਡੇ ਵਰਗੇ ਵੀ ਸਿੰਘ ਸੱਜ ਗਏ, ਅਤੇ ਹੱਲੇ ਤੇ ਵੀ ਇਸੇ ਤਰ੍ਹਾਂ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਥਾਂ ਥਾਂ ਦੇ
ਸੰਗਤਾਂ ਦੇ ਨਾਲ ਖੜੇ ਹੋ ਕੇ ਕੌਮ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਆ। ਸੁਰਿੰਦਰ ਸਿੰਘ ਜੀ, ਆਪਾਂ ਹੁਣ ਕਿਉਂਕਿ ਸਾਡੀ ਕਾਲਸ ਵੀ ਆਈਆਂ ਬਾਹਰਲੀ ਕੰਟਰੀਆਂ ਚੋਂ, ਉਹ ਲੈ ਲਈਏ ਆਪਾਂ, ਫਿਰ ਮੁੜ ਕੇ ਜਾਰੀ ਤੁਹਾਡੇ ਤੋਂ ਆਪਾਂ ਸ਼ੁਰੂ ਕਰੂਗੇ। ਸੋ ਤੁਸੀਂ ਇੱਥੇ ਥੋੜਾ 1 ਮਿੰਟ 2 ਮਿੰਟ ਰੈਸਟ ਕਰ ਲਓ। ਸੋ ਆਪਾਂ ਕਾਲਸ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਆਪਣਾ ਨਾਮ ਦੱਸੋ ਤਾਂ ਕਿੱਥੋਂ ਕਾਲ ਕਰਦੇ ਹੋ? ਮੇਰਾ ਨਾਮ ਕੁਲਦੀਪ ਸਿੰਘ ਆ, ਮੈਂ IPD ਦਾ ਮੈਂਬਰ ਆ ਤੇ ਮੈਂ ਵੁਲਵਰਹੈਂਪਟਨ ਤੋਂ ਕਾਲ ਕਰਦਾ ਜੀ। ਹਾਂਜੀ ਕੁਲਦੀਪ ਸਿੰਘ, ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, yes, I'd like to say that when you initially spoke, you did talk about Sant Jarnail Singh and how the media had portrayed him. And I think one of the things about this Yadgar is we always, by the way, there's an echo on the phone, so if I talk over you, do forgive me. Don't worry about it. Okay. You're coming loud and clear. Thank you. When we talk about the Yadgar, the memorial in the Golden Temple, we are honouring the people who stood to defend, and I say defend and not attack, defend our holy shrine, the holiest shrine for the Sikhs. And so when we, in the introduction, talk about how the media of the time, which was only government-owned, against that freedom fighter, against that human rights activist, Sant Jarnail Singh Khalsa Bhindranwale, we've got to then, to justify the Yadgar, explain some of the things that he stood for. And I would just like to use a typical example we use in our Sikh history, which is actually to take the words of people who have been seen to be, if you like, against Sikhi. As you know, a lot of our history, a lot of the records we have are from the soldiers who actually attacked the Sikhs. So the one person I'm going to use here is Mark Tully. Now, I've got nothing against Mark Tully, but we all do know he's pro-India and he's more pro-Gandhi. He certainly didn't have a lot of good things to say about Sant Jarnail Singh Khalsa Bhindranwale. So I'm going to quote him. He said two things which he, in his mind, has said to sort of almost defame Sant Jarnail Singh Khalsa Bhindranwale. In an interview in one of the 1984 programmes on the BBC, he said, this Sant Jarnail Singh Khalsa Bhindranwale, his mind was saturated with this Gurbani, and the way he said it was like he was trying to say Sant Jarnail Singh Khalsa had lost the plot and was a fundamentalist. But as we know, for every single Sikh in the world, including those who are not even maybe with the Sikhs on this and more with the Indian government with the attack on the Golden Temple, the sole aim is to get your mind coloured with the Gurbani Shabad, which many non-Sikhs who have discovered it, if not all, say it is full of nothing but love. First of all, Mark Tully confirmed in an interview, and anyone can watch this interview, it's been on the BBC, that his mind was saturated with this Gurbani. So that proves he had love. Kuldeep Singh, can you hear me? Hanji. Yeah, we haven't got a lot of time. I've got another call. Okay, very quickly then. Just number 2 points. And the number 2 point, he said in the same interview, or another one on the BBC, he said on the day it was attacked, forget that it was Guru Arjan Dev Ji Shahidi Diyara, he said on the day it was attacked, it was particularly busy. There were particularly a lot of sangat. He said it himself. Now, that means that in a time when we had the Black Cats and the third agency of Indira Gandhi bringing drugs and weapons and everything to bring down the Punjab and cause aggravation between the Hindus and the Sikhs in Punjab, we need to be careful here the because Golden Temple. These are viewpoints that unsubstantiated. So we should be careful. Okay, that's my viewpoint. But he just last point because I've got another call. Last point. Okay, last point. He said that it was actually really full of people. So that proves that everyone went to the Golden Temple for sanctuary, for the one place in the Punjab where they felt safe. It was a conspiracy. While he was there, and then Brar came and attacked everyone. Right, so you're basically saying it was a genocidal conspiracy, that's what you're saying. Well, no, it's not even, it's obvious. What I'm saying is he's saying himself that Santji followed the Guru's message. Santji, everyone came into the Golden Temple because of Santji. Okay, everyone felt safe there. Thanks very much for your points. We don't want to lose the thrust of your argument. You made some really good points, so thank you very much, Kuldeep Singh. Let's take the next call. Waheguru Ji Ka Khalsa, Waheguru Ji Ki Fateh. Hello. Hello जी आप हेलो हाँ जी वाहिगुरू जी खालसा वाहिगुरू जी की फतेह हाँ जी भाई साहब जी ਤੁਸੀਂ ਆਪਣਾ ਨਾਮ ਦੱਸੋ ਤਾਂ ਕਿੱਥੋਂ ਕਾਲ ਕਰਦੇ ਹਾਂ ਜੀ ਮੈਂ ਦਵਿੰਦਰ ਕੌਰ ਬੋਲ ਰਹੀ ਹਾਂ ਜੀ ਲੰਡਨ ਤੋਂ ਦਵਿੰਦਰ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਹਾਂ ਜੀ ਵੀਰ ਜੀ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਕਿਹਾ ਹੈ ਨਾ
ਕਿ ਦੁਸ਼ਮਣ ਤੇ ਕਵੇ ਪਰ ਆਪਣਾ ਹੀ ਉੱਠ ਕੇ ਸਿੰਘ ਕਵੇ ਕਿ ਬਈ ਉੱਥੇ ਜਿਹੜੇ ਸ਼ਹੀਦ ਹੋਏ ਨੇ ਆ ਕੇ ਫੌਜੀ ਵੀ ਜਾਂ ਫਲਾਣੇ ਵੀ ਉਹਨਾਂ ਦੀ ਵੀ ਯਾਦਗਾਰ ਬਣਨੀ ਚਾਹੀਦੀ। ਇਹ ਤੁਹਾਡੇ ਮੂੰਹੋਂ ਲਫ਼ਜ਼ ਇਹ ਚੰਗਾ ਨਹੀਂ ਸੀ ਲੱਗਿਆ। ਦੂਜੀ ਗੱਲ ਕਿ ਤੁਸੀਂ ਜਿਹੜੀ ਹਿੰਦੂਆਂ ਦੀ ਕਹੀ, ਹਾਲੀ ਕਿ ਮੇਰੇ ਵੀਰ ਨੇ ਜਵਾਬ ਦੇ ਦਿੱਤਾ ਆ। ਸਾਨੂੰ ਆਪਣਾ ਠੀਕ ਆ ਕਿ ਵੀ ਸਾਨੂੰ ਪਾਲਿਸੀ ਦੇ ਨਾਲ ਜਾਂ ਸਾਨੂੰ ਫਲਾਣੇ ਨਾਲ ਜਿਸ ਤਰ੍ਹਾਂ ਤੁਸੀਂ ਕਰਦੇ ਇਹ ਗੱਲ ਕਰਨੀ ਚਾਹੀਦੀ ਆ, ਪਰ ਇਹਦਾ ਇਹ ਮਤਲਬ ਨਹੀਂ ਕਿ ਜੇ ਤੁਹਾਡੇ ਅੰਦਰ ਹੁਣੇ ਮੇਰੇ ਵੀਰ ਨੇ ਕਿਹਾ ਉਸੇ ਲਫ਼ਜ਼ ਨੂੰ ਮੈਂ ਮੇਰੇ ਅੰਦਰ ਵੀ ਅੱਗ ਲੱਗੀ ਆ। ਕਿਉਂਕਿ ਅੱਜ ਤੁਹਾਨੂੰ ਕਿਹੜਾ ਹਿੰਦੂ ਮਿਲੇਗਾ ਜਦੋਂ ਤੁਹਾਡੇ ਅੰਦਰ ਸਾਡੇ ਹਾਲਾਤ ਫੜ ਕੇ ਬੱਚੇ ਮਾਰੇ ਜਾਂਦੇ ਆ, ਸਾਡੇ ਸ਼ਹੀਦ ਹੋ ਜਾਂਦੇ ਆ, ਕੋਈ ਇੱਕ ਨਹੀਂ ਉੱਠਦਾ ਵੀ ਇੱਕ ਵੀ ਉੱਠ ਕੇ ਹਾਂ ਦਾ ਨਾਰਾ ਮਾਰੇ। ਤੁਸੀਂ ਉਹਨਾਂ ਦੇ ਹੱਕਾਂ ਵਿੱਚ ਗੱਲ ਕਰਦੇ ਜੇ ਤੁਹਾਨੂੰ ਉਸ ਵੇਲੇ ਸੋਚਣਾ ਜਿਹੜਾ ਗੌਰਮੈਂਟ ਤੇ ਕਰ ਰਹੀ ਆ, ਗੌਰਮੈਂਟ ਦਾ ਤਾਂ ਸਿਆਪਾ ਹੋ ਰਿਹਾ ਆ, ਬਾਦਲ ਮਰ ਰਿਹਾ ਹੈ, ਹੋਰ ਸਾਨੂੰ ਬਥੇਰੇ ਜੰਮੜੇ ਜੰਮੜ ਸਕਦੇ ਆ, ਉਹ ਤੇ ਸਾਨੂੰ ਕਰਨ। ਸਾਡੀ ਯਾਦਗਾਰ ਬਣ ਰਹੀ ਆ, ਇਹ ਬਣਨੀ ਚਾਹੀਦੀ ਆ ਔਰ ਬਣਨੀ ਚਾਹੀਦੀ ਇੱਥੋਂ ਤੱਕ ਕਿ ਬਲਕਿ ਹਾਰੇ ਕਿਤਾ ਨਾ ਉੱਥੇ ਲਿਖਿਆ ਜਾਣਾ ਚਾਹੀਦਾ। ਇਹ ਸਿੱਖ ਦਾ ਹਿਰਦਾ ਅੱਜ ਪੈਰਾਂ ਤੋਂ ਲੱਗ ਕੇ ਵਾਲਾਂ ਤੱਕ ਕੂਕ ਰਿਹਾ ਹੈ। ਰਾਤ ਦਿਨ ਮੈਂ ਤੁਹਾਨੂੰ ਦੱਸਾਂ ਮੇਰੇ ਘਰ ਦਾ ਕੋਈ ਸ਼ਹੀਦ ਨਹੀਂ ਹੋਇਆ, ਪਰ ਮੇਰੇ ਗੁਰੂ ਦੇ ਸਾਰੇ ਸਿੰਘ ਸ਼ਹੀਦ ਹੋਇਆ, ਮੇਰਾ ਸਭ ਕੁਝ ਸ਼ਹੀਦ ਹੋ ਗਿਆ। ਜੀ ਬੀਬੀ ਜੀ, ਬਹੁਤ ਤੁਹਾਡੇ ਜਜ਼ਬਾਤਾਂ ਤੋਂ ਸਾਨੂੰ ਬਹੁਤ ਅਸੀਂ ਪ੍ਰਭਾਵਿਤ ਹੁੰਦੇ ਹਾਂ, ਪਰ ਮੈਂ ਵੀ ਸਪਸ਼ਟ ਕਰਦਾ ਵੀ ਉਹ ਵਿਚਾਰ ਮੇਰੇ ਨਹੀਂ ਵਿਚਾਰ। ਮੈਂ ਹੈਗਾ, ਮੇਰਾ ਜ਼ਿੰਮੇਵਾਰੀ ਬਣਦੀ ਵੀ ਦੂਜਾ ਪੱਖ ਦੇਣਾ, ਮੇਰੇ ਵਿਚਾਰ ਹੈ ਨਹੀਂ ਬਿਲਕੁਲ। ਕਦੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਵੀ ਸਟੇਜ ਤੇ ਬੈਠ ਕੇ ਵਿਚਾਰ ਦਊਂਗਾ, ਪਰ ਚਲੋ। ਸੁਖਵਿੰਦਰ ਸਿੰਘ, ਮੈਂ ਤੁਹਾਨੂੰ ਸਵਾਲ ਪਾਇਆ ਸੀਗਾ ਕਿ ਦੇਖੋ ਥੋੜਾ ਜਿਹਾ ਉਹ ਗੱਲ, ਇਨਫੈਕਟ maybe ਜਿਹੜੀ media ਦੀ ਜਿਹੜੀ view ਸੀ, it's been vindicated, it's opening up these wounds. Surely responsible organizations like the Sikh Federation should be steering this towards, and as I was saying, like you've got the Holocaust Museum in Berlin, and that's not really, it's about the Jewish Holocaust, but it's about governments who commit these inhumane acts. So it's really a message to all governments. Isn't that where we should be taking this? Yeah, no, definitely. But just before I go into that, ਮੇਰੇ ਖਿਆਲ ਆਪਾਂ ਦੱਸਣੀ ਕਲੀਅਰ ਕਰਨੀ ਚਾਹੀਦੀ ਆ ਵੀ ਆਪਾਂ ਕਈ ਵਾਰੀ ਗੱਲ ਕਰੀ ਜਾਂਦੇ ਸਿੱਖਾਂ ਦੀ, ਹਿੰਦੂਆਂ ਦੀ, ਮੁਸਲਮਾਨਾਂ ਦੀ ਐਕਸੈਟਰਾ। ਐਕਚੁਅਲੀ ਆਪਾਂ ਨੂੰ ਕਿਸੇ ਨੂੰ ਇਹ ਤਾਂ ਪਤਾ ਵਾ, ਜੇ ਦਰਬਾਰ ਸਾਹਿਬ ਜਿਸ ਤਰ੍ਹਾਂ ਚਰਨ ਸਿੰਘ ਨੇ ਗੱਲ ਕੀਤੀ ਆ, ਦਰਬਾਰ ਸਾਹਿਬ ਹਿੰਦੂ ਵੀ ਜਾਂਦੇ ਆ, ਮੁਸਲਮਾਨ ਵੀ ਜਾਂਦੇ, ਹਰੇਕ ਧਰਮ ਦੇ ਬੰਦੇ ਜਾਂਦੇ ਆ। ਆਪਾਂ ਨੂੰ ਕਿੱਦਾਂ ਪਤਾ, ਕਿੱਦਾਂ ਅਸ਼ੋਰਿਟੀ ਦੇ ਸਕਦੇ ਵੀ ਜਿਹੜੇ ਉੱਤੇ ਸ਼ਹੀਦ ਹੋਏ ਸੀਗੇ ਸਿਰਫ ਸਿੱਖ ਹੀ ਹੋਏ ਸੀਗੇ? ਗੁਰੂ ਅਰਜਨ ਦੇਵ ਦਾ ਸ਼ਹੀਦੀ ਪਰਬ ਸੀਗਾ, ਉੱਥੇ ਲੋਕਲ ਜਿਹੜੇ ਆਪਣੇ ਏਰੀਆ 'ਚ ਰਹਿੰਦੇ ਆ ਹਰੇਕ ਧਰਮ ਦੇ, ਉਹ ਸਾਰੇ ਜਾਂਦੇ ਸ਼ਰਧਾ ਦਿਖਾਉਣ ਨੂੰ। ਸੋ ਆਪਾਂ ਜਿਹੜੀ ਇਹ ਗਾਰੰਟੀ ਆਪਾਂ ਬੈਕਫਾਇਰ ਕਰਨੀ ਚਾਹੀਦੀ ਆ ਵੀ ਐਕਚੁਅਲੀ ਉਹ ਜਿੰਨੇ ਸ਼ਹੀਦ ਹੋਏ ਸੀ ਉੱਥੇ ਇਨੋਸੈਂਟ ਜਾਂ ਹਥਿਆਰਬੰਦ, ਉਹਨਾਂ ਵਿੱਚ ਹਿੰਦੂ ਵੀ ਸੀਗੇ, ਮੁਸਲਮਾਨ ਵੀ ਹੋ ਸਕਦੇ, ਜਿਨ੍ਹਾਂ ਚਿਰ ਆਪਾਂ ਪਤਾ ਨਹੀਂਗਾ ਆਪਾਂ ਗੱਲ ਨਹੀਂ ਕਰਨੀ ਚਾਹੀਦੀ ਵੀ ਉੱਥੇ ਇੱਕ ਪਾਸੇ ਸਾਈਡ। But I think more importantly, answer your question. Yeah, I think let's look at it from a basic perspective, huh? Yeah, you keep it short because we've got two more calls. Just keep it short. Yeah, definitely. The Yadgar is there because the state, using its army against its own people, interfered in a religious institution, religious place of worship. ਸਾਰਾ ਕੁਝ ਛੱਡ ਕੇ ਧਾਰਮਿਕ ਜਗ੍ਹਾ ਵਿੱਚ ਸਰਕਾਰ ਨੇ, ਉਹ ਮਸਜਿਦ ਵੀ ਹੋ ਸਕਦਾ ਸੀਗਾ, ਉਹ ਮੰਦਿਰ ਵੀ ਹੋ ਸਕਦਾ ਸੀਗਾ, ਇੱਥੇ ਸਾਡੇ ਗੁਰੂ ਸਾਹਿਬ ਦੀ ਗੱਲ ਕੀਤੀ, ਗੁਰਦੁਆਰੇ ਦੀ ਗੱਲ ਕੀਤੀ। They would say there were people in there with lots of weaponry, so they had a duty. Yeah, but what I'm saying is this lot of innocent people, yeah? So the whole, for me, I think the memorial is there as a recognition, as an indicator that the state was responsible for oppressing people of different religions, religious minorities, suppressing their rights. And when you interfere into the religious issues of individuals, religion is very close to people, to their heart. And when you interfere, you'll get a reaction. So it is, in a sense, a memorial highlighting atrocities against human rights. Against human rights, against religion and more importantly, and I think this is where we can hopefully back the Punjab government. As the Home Secretary, they said there's a law in which says that can get involved. Actually, the reason why there's a separation of state and religion, it's not because of what we think of the Miripidi concept. The reason is because the state, it's a safeguard for the state not to interfere and attack religious places. That's the message. Okay, we've only got about, that's coming 10-15 minutes, so we'll take two more calls. And then we're going to start to sum up. We had a third topic, but we might not be able to get into it, but we'll do a special program on that topic. Waheguru Ji Ka Khalsa, Waheguru Ji Ki Fateh. Hello. ਹੈਲੋ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਆਪਣਾ ਨਾਮ ਦੱਸੋ, ਕਿੱਥੋਂ ਕਾਲ ਕਰਦੇ ਹੋ? ਹਾਂਜੀ, ਮੈਂ ਭਾਈ ਸਾਹਿਬ ਬਲਵੀਰ ਸਿੰਘ ਬੋਲਦਾ ਜੀ, ਗ੍ਰੇਵਜੰਡ ਤੋਂ। ਹਾਂਜੀ ਬਲਵੀਰ ਸਿੰਘ ਜੀ, ਤੁਸੀਂ ਲਾਈਵ ਹੋ, ਰੂਬਰੂ ਸਾਰੀਆਂ ਸੰਗਤਾਂ ਦੇਖ ਰਹੀਆਂ, ਕੀ ਕਹਿਣਾ ਚਾਹੋਗੇ? ਹਾਂਜੀ, ਪਹਿਲਾਂ ਤਾਂ ਸਾਰਿਆਂ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਹੜੀ ਯਾਦਗਾਰ ਦੀ ਗੱਲ ਆ, ਯਾਦਗਾਰ ਬਣਨੀ ਚਾਹੀਦੀ ਆ ਜਦੋਂ ਖਾਲਸਾ ਪੰਥ ਪਾਵਰ 'ਚ ਆਏਗਾ ਨਾ, ਤੇ ਖਾਲਸਾ ਪੰਥ ਯਾਦਗਾਰ ਆਪ ਬਣਾਏਗਾ।
ਜਿਹੜੀ ਇਹ ਹੁਣ ਯਾਦਗਾਰ ਬਣ ਰਹੀ ਹੈ ਇਹ ਇੱਕ ਸਿੱਖ ਕੌਮ ਨੂੰ ਭੰਬਲ ਭੂਸੇ 'ਚ ਪਾਉਣ ਵਾਲੀ ਗੱਲ ਆ ਕਿਉਂਕਿ ਜਿਹੜੀਆਂ ਉੱਥੇ ਜਥੇਬੰਦੀਆਂ ਜਾਂ ਕੋਈ ਵੀ ਬਣਾ ਰਿਹਾ ਜਾਂ ਕੋਈ ਵਿਰੋਧ ਕਰ ਰਿਹਾ ਨਾ ਤਾਂ ਉਹ ਸੈਂਟਰ ਵਿਰੋਧ ਕਰ ਰਿਹਾ ਇਹ ਇੱਕ ਏਜੰਸੀਆਂ ਹੈਗੀਆਂ ਸੈਂਟਰ ਵੀ ਉਹਨਾਂ ਏਜੰਸੀਆਂ ਦੇ ਅਧੀਨ ਕੰਮ ਕਰ ਰਿਹਾ ਪੰਜਾਬ ਦੀ ਸਰਕਾਰ ਵੀ ਉਹਨਾਂ ਏਜੰਸੀਆਂ ਅਧੀਨ ਕੰਮ ਕਰ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਏਜੰਸੀਆਂ ਅਧੀਨ ਕੰਮ ਕਰ ਰਹੀ ਹੈ ਰਹੀ ਗੱਲ ਜਿਹੜੇ ਸੱਜਣ ਮੋਹਰੇ ਹੋ ਕੇ ਸੇਵਾ ਨਿਭਾ ਰਹੇ ਆ ਤੁਹਾਨੂੰ ਸਵਾਲ ਪਾਉਣਾ ਉਹ ਸੰਤ ਬਾਬਾ ਜਰਨੈਲ ਸਿੰਘ ਦੀ ਸੋਚ ਨੂੰ ਛੱਡ ਚੁੱਕੇ ਆ ਬਲਬੀਰ ਸਿੰਘ ਜੀ ਮੇਰੀ ਗੱਲ ਸੁਣੋ ਤੁਸੀਂ ਇਹ ਕਹਿ ਰਹੇ ਵੀ ਬਣਨੀ ਨਹੀਂ ਚਾਹੀਦੀ ਫੇਰ ਯਾਦਗਾਰ ਬਣਨੀ ਚਾਹੀਦੀ ਜੀ ਜਦੋਂ ਖਾਲਸਾ ਪੰਥ ਪਾਵਰ ਚ ਆਏਗਾ ਬਣਾਏਗਾ ਜਿਹੜੀ ਹੁਣ ਬਣ ਰਹੀ ਆ ਇੱਕ ਪੰਥ ਨੂੰ ਲੜਾਉਣ ਵਾਲੀ ਗੱਲ ਹੈ ਜੀ ਸ਼ਾਇਦ ਫੇਰ ਤਾਂ ਸਦੀਆਂ ਲੱਗ ਜਾਣੀਆਂ ਸ਼ਾਇਦ ਸਦੀਆਂ ਨਹੀਂ ਭਾਈ ਸਾਹਿਬ ਖਾਲਸਾ ਪੰਥ ਪਾਵਰ ਚ ਜਲਦੀ ਆਏਗਾ ਆਪਾਂ ਨੂੰ ਨਿਰਾਸ਼ਾ ਨਹੀਂ ਹੋਣੀ ਚਾਹੀਦੀ ਇਹ ਬਣੇਗੀ ਪਰ ਜਿਹੜੀ ਹੁਣ ਗੱਲ ਉੱਥੇ ਚੱਲ ਰਹੀ ਆ ਇਹ ਇੱਕ ਖਾਲਸਾ ਪੰਥ ਨੂੰ ਲੜਾਉਣ ਵਾਲੀ ਗੱਲ ਆ ਇੱਕ ਭੰਬਲ ਭੂਸਾ ਪੈਦਾ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕਦੇ ਨਹੀਂ ਚਾਹੁੰਦਾ ਵੀ ਉੱਥੇ ਸੰਤ ਜਰਨੈਲ ਸਿੰਘ ਜੀ ਦਾ ਨਾਮ ਲਿਖਿਆ ਜਾਵੇ ਤੁਸੀਂ ਕਲੀਅਰਲੀ ਪੁਆਇੰਟ ਦੇ ਦਿੱਤਾ ਮੈਂ ਇੱਥੇ ਸੀਮਿਤ ਕਰਨਾ ਕਿਉਂਕਿ ਆਪਣੇ ਕੋਲ ਹੋਰ ਵੀ ਕਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਾਂ ਅਗਲੀ ਕਾਲ ਲਈਏ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਭਾਈ ਜੀ ਖਾਲਸਾ ਫਤਿਹ ਜੀ ਹਾਂਜੀ ਭਾਈ ਸਾਹਿਬ ਜੀ ਤੁਸੀਂ ਆਪਣਾ ਨਾਮ ਦੱਸੋ ਤਾਂ ਕਿੱਥੋਂ ਕਾਲ ਕਰਦੇ ਹੋ ਮੈਂ ਕਰਨ ਸਿੰਘ ਬੋਲਦਾ ਸਵਿਟਜ਼ਰਲੈਂਡ ਤੋਂ ਜੀ ਹਾਂਜੀ ਕਰਨ ਸਿੰਘ ਜੀ ਆਇਆਂ ਨੂੰ ਡਾਕਟਰ ਸਾਹਿਬ ਸਾਰਿਆਂ ਨੂੰ ਗੁਰਫਤਿਹ वाहिगुरु जी का खालसा वाहिगुरु जी है घास जो धरती पे बन के खार बोलेगी अगर सूली न बोली तो लहू की धार बोलेगी कभी चमकोर बोलेगा कभी दीवार बोलेगी लेकिन बेनती करा कि चमकोर दी पवित्र द्वार किथे है ਇਹ ਜਿਹੜੀ ਯਾਦਗਾਰ ਹੈ ਇਹ ਬਣਨੀ ਚਾਹੀਦੀ ਹੈ ਪਰ ਸਾਡੇ ਦਿਲਾਂ ਦੇ ਵਿੱਚ ਜੋ ਜ਼ਖਮੀ ਯਾਦਗਾਰ 84 ਦੇ ਸਾਕੇ ਨੇ ਕੀਤੀ ਹੈ ਨਾ ਉਹ ਕਦੀ ਨਹੀਂ ਮਿਟਣੀ ਸਾਡੇ ਦਿਲਾਂ ਦੇ ਦਰੋ ਦੀਵਾਰ ਤੇ ਜਿਹੜੇ ਖੰਡਰਾਤ ਤੱਕ ਸਾਕੇ ਦੇ ਵਿੱਚ ਹੋਏ ਨੇ ਉਹ ਹਮੇਸ਼ਾ ਉਕਰੇ ਰਹਿਣਗੇ ਪਰ ਗੱਲ ਇਹ ਹੈ ਕਿ ਜਿਹੜਾ ਕੰਮ ਚੱਲ ਰਿਹਾ ਹੈ ਕਾਰ ਸੇਵਾ ਦਾ ਦੀਵਾਰ ਦਾ ਜਾਂ ਯਾਦਗਾਰ ਦੇ ਜਾਰੀ ਰੱਖੋ ਗੌਰਮੈਂਟ ਨੇ ਚੱਕਰਾਂ ਵਿੱਚ ਪਾਣਾ ਇਹ ਭੰਬਲ ਭੂਸੇ ਵਿੱਚ ਨਾ ਪਾਓ ਲੇਕਿਨ ਬੇਨਤੀ ਹੈ ਕਿ ਚਮਕੌਰ ਸਾਹਿਬ ਦੀ ਪਵਿੱਤਰ ਦੀਵਾਰ ਕਿੱਥੇ ਗਈ ਅਸੀਂ ਪੁਰਾਣੀਆਂ ਯਾਦਗਾਰਾਂ ਢਾਹ ਕੇ ਸੋਨੇ ਦੀਆਂ ਚੀਜ਼ਾਂ ਬਣਾਉਂਦੇ ਹਾਂ ਇਸ ਚੀਜ਼ ਦਾ ਧਿਆਨ ਦਿਓ ਵਿਰਸੇ ਨੂੰ ਸੰਭਾਲੋ ਪੁਰਾਣੀ ਤੋਂ ਪੁਰਾਣੀ ਚੀਜ਼ ਸੰਭਾਲੋ ਸਵਿਟਜ਼ਰਲੈਂਡ ਦੇ ਵਿੱਚ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਨਾ 1200 ਸਾਲ ਪੁਰਾਣੀਆਂ 1500 ਸਾਲ ਪੁਰਾਣੀਆਂ ਉਹਨਾਂ ਦੀ ਲੱਕੜ ਦੇ ਵਿੱਚ ਕਿੱਲ ਗੱਡਣ ਦੇ ਵਾਸਤੇ ਵੀ ਪਰਮਿਸ਼ਨ ਚਾਹੀਦੀ ਉੱਥੇ 10 ਆਰਕੀਟੈਕਟ ਰਹਿੰਦੇ ਨੇ ਕਰਮ ਸਿੰਘ ਜੀ ਮੈਂ ਕਰਮ ਸਿੰਘ ਜੀ ਮੇਰੀ ਗੱਲ ਸੁਣੋ ਕਰਮ ਸਿੰਘ ਜੀ ਦੇ ਕੋਲੋਂ ਕਿ ਅਸੀਂ ਯਾਦਗਾਰਾਂ ਤੇ ਬਣਾਉਣੀਆਂ ਨੇ ਪਰ ਪਹਿਲੀ ਯਾਦਗਾਰ ਉਹ ਚਮਕੌਰ ਸਾਹਿਬ ਦੀ ਦੁਆਰ ਕਿੱਥੇ ਹੈ ਕਰਮ ਸਿੰਘ ਜੀ ਤੁਸੀਂ ਜਿਹੜਾ ਵਿਸ਼ਾ ਛੇੜਿਆ ਨਾ ਇਹ ਬਹੁਤ ਹੀ ਇੱਕ ਜ਼ਰੂਰੀ ਬਹੁਤ ਇੰਪੋਰਟੈਂਟ ਵਿਸ਼ਾ ਹੈਗਾ ਆਪਾਂ ਪੰਥ ਟਾਈਮ ਦੇ ਇੱਕ ਸਪੈਸ਼ਲ ਡਿਬੇਟ ਰੱਖੂਗੇ ਵੀ ਆਪਣਾ ਜਿਹੜਾ ਹੈਰੀਟੇਜ ਹੈ ਉਹਨੂੰ ਕਿੱਦਾਂ ਬਚਾਉਂਗੇ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਮੈਨੂੰ ਪਤਾ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਕੌਮ ਲਈ ਸਾਡੇ ਕੋਲ ਟਾਈਮ ਹੈ ਨਹੀਂ ਭਾਈ ਸਾਹਿਬ ਜੀ ਹੁਣ ਸੋ ਮੈਂ ਫਤਿਹ ਬੁਲਾਉਣਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਕੋਲ ਸਿਰਫ 5-7 ਮਿੰਟ ਰਹਿ ਗਏ ਜੇ ਮੈਂ ਇੱਕ ਲਾਸਟ ਕਾਲ ਲੈ ਲਈਏ ਕਿਉਂਕਿ ਫਿਰ ਸੋ ਆਪਾਂ ਫਿਰ ਸੰਗਤ ਵੱਲ ਜਾਵਾਂਗੇ ਫਿਰ ਆਪਾਂ ਸਮਾਪਤੀ ਪੈਨਲ ਕੋਲ ਨਹੀਂ ਕਿ ਇਹਨੂੰ ਹੋਰ ਦਬਾਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਇਹਨਾਂ ਨੂੰ ਮਿਟਾਉਣ ਦਾ ਸਾਡੇ ਦਿਲਾਂ ਤੇ ਜਿਹੜੇ ਜ਼ਖਮ ਹੋਏ ਆ ਇਹਨਾਂ ਜ਼ਖਮਾਂ ਤੇ ਮੱਲ ਮਿਲਾਉਣ ਦਾ ਇਹ ਤਰੀਕਾ ਨਹੀਂ ਕਿ ਸਾਡੀਆਂ ਯਾਦਗਾਰਾਂ ਬਣਾਉਣ ਤੇ ਪਾਬੰਦੀ ਲਾਈ ਜਾਵੇ ਜੀ ਭਾਈ ਸਾਹਿਬ ਜੀ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਗੁਰਮੇਸ਼ ਸਿੰਘ ਹੈ ਮੈਂ ਈਸਟ ਲੰਡਨ ਤੋਂ ਬੋਲਦਾ ਹਾਂਜੀ ਤੁਸੀਂ ਆਪਣਾ ਪੁਆਇੰਟ ਸਾਡੇ ਕੋਲ 30 ਸਕਿੰਟ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਿਲਾਂ ਤੇ ਜਿਹੜੇ ਜ਼ਖਮ ਲੱਗੇ ਹੋਏ ਆ ਉਹਨਾਂ ਤੇ ਮੱਲ ਮਿਲਾਉਣ ਦਾ ਇਹ ਤਰੀਕਾ ਨਹੀਂ ਜੀ ਕਿ ਸਾਡੀਆਂ ਬਣਾਈਆਂ ਜਿਹੜੀਆਂ ਯਾਦਗਾਰਾਂ ਬਣੀਆਂ ਉਹਨਾਂ ਨੂੰ ਜ਼ਬਰਦਸਤੀ ਰੋਕਿਆ ਜਾਵੇ ਇਹਨਾਂ ਤੇ ਮੱਲ ਮਿਲਾਉਣ ਦਾ ਇੱਕੋ ਹੀ ਤਰੀਕਾ ਸੀ ਜੀ ਜੀ ਕਿ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਹੈ ਉਹ ਆਪਣੇ ਜ਼ੁਲਮ ਨੂੰ ਕਬੂਲ ਕਰਦੇ ਤੇ ਕਬੂਲ ਕਰਕੇ ਉਹਦੀ ਮਾਫੀ ਮੰਗਦੇ ਤੇ ਅੱਗੋਂ ਤੋਂ ਚੰਗਾ ਬਿਹੇਵ ਕਰਕੇ ਇਹ ਸਾਬਤ ਕਰਦੇ ਕਿ ਅੱਗੋਂ ਤੋਂ ਇਹੋ ਜਿਹੇ ਜ਼ੁਲਮ ਉਹ ਨਹੀਂ ਕਰਨਗੇ ਜੀ ਗੁਰਮੇਸ਼ ਸਿੰਘ ਜੀ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਮੇਸ਼ ਸਿੰਘ ਜੀ ਨੇ ਵੀ ਬਹੁਤ ਹੀ ਸੋਹਣੀ ਗੱਲ ਕਹੀ ਸੋ ਸਾਡੇ ਕੋਲ ਸਿਰਫ 5 ਮਿੰਟ ਮੈਂ ਸੰਗਤ ਚੋਂ ਜੇ ਕਿਸੇ ਨੇ ਜਿਹਨੇ ਨਹੀਂ ਬੋਲਿਆ ਜੇ ਉਹਨਾਂ ਨੇ ਬੋਲਣਾ ਤਾਂ ਤੁਹਾਨੂੰ ਚਾਂਸ ਹੈ ਨਹੀਂ ਤਾਂ ਅੰਕਲ ਜੀ ਕੋਲ ਆਉਂਗੇ
ਭਾਜਾ ਤੁਸੀਂ ਤਾਂ 3 ਵਾਰੀ ਬੋਲ ਹਟੇ। ਹਾਂਜੀ ਜੇ ਕਿਸ ਬਾਅਦ ਚ ਨਾਰਾਜ਼ ਨਾ ਹੋਏ ਵੀ ਸਾਨੂੰ ਚਾਂਸ ਨਹੀਂ ਮਿਲਿਆ। ਹਾਂਜੀ ਅੰਕਲ ਜੀ ਬਹੁਤ ਸ਼ਾਰਟ ਰੱਖਿਓ। ਹਾਂਜੀ ਮਾਈਕ ਲੈ ਲਓ, ਮਾਈਕ ਲੈ ਲਓ ਜੀ। ਪਹਿਲਾਂ ਮੈਂ ਬੇਨਤੀ ਕਰਦਾ, ਬੈਲਜੀਅਮ ਦੇ ਵਿੱਚ ਆਪ ਤੁਸੀਂ ਗਏ, ਸ਼ਾਇਦ ਤੁਸੀਂ ਵੀ ਗਏ, ਮੈਂ ਨਹੀਂ ਗਿਆ। ਉੱਥੇ ਸਪੈਸ਼ਲ ਸੈਕਸ਼ਨ ਬਣਾਇਆ ਹੈ ਸਿੱਖ ਕਮਿਊਨਿਟੀ ਦਾ, ਜਿਹੜੇ ਉੱਥੇ ਯਾਦਗਾਰ ਬਸ ਬਣਾਈ ਹੈ ਔਰ ਉਹਨੂੰ ਸ਼ਰਧਾਂਜਲੀ ਪੇਸ਼ ਕਰ ਰਹੇ। ਅੱਛਾ, ਦੂਜੀ ਗੱਲ ਇਸ ਤੋਂ ਗੱਲ ਮੈਂ ਜ਼ਰੂਰ ਕਹਿਣਾ ਵੀ ਉਹ ਆਪਣੇ ਫਿਰੋਜ਼ਪੁਰ ਦੇ ਕੋਲ ਜਿਹੜੇ ਬਾਰਡਰ ਹੈ ਪਾਕਿਸਤਾਨ ਦੇ ਉੱਥੇ ਇਹਨਾਂ ਦੇ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ ਆਪਣੇ ਭਗਤ ਸਿੰਘ ਦੀ ਤਰ੍ਹਾਂ। ਮੈਨੂੰ ਪਤਾ ਲੱਗਿਆ ਵੀ ਭਗਤ ਸਿੰਘ ਦੀ ਹੁਣ ਯਾਦਗਾਰ ਪਾਰਲੀਮੈਂਟ ਦੇ ਵਿੱਚ ਵੀ ਬਣੀ ਹੋਈ ਹੈ। ਅੱਛਾ, ਹੁਣ ਸ਼ਹੀਦ ਊਧਮ ਸਿੰਘ ਦੇ ਸੰਬੰਧ ਦੇ ਵਿੱਚ ਵੀ ਆ ਕਰਤਾਰ ਸਿੰਘ ਸਰਾਭਾ ਦੀ ਵੀ ਉਹ ਯਾਦਗਾਰ ਬਣੀ ਹੋਈ ਹੈ ਉੱਥੇ। ਅੱਛਾ, ਪਰ ਮੈਂ ਹੁਣ ਗੱਲ ਕਰਦਾ ਵੀ ਕੀ ਆ, ਉਹ ਗਵਰਨਮੈਂਟ ਉਹਨਾਂ ਨੂੰ ਦੇਸ਼ ਭਗਤ ਸਮਝਦੀ ਆ, ਸਾਨੂੰ ਤਾਂ ਦੇਸ਼ ਧਰੋਹੀ ਸਮਝਦੇ ਆ ਨਾ। ਫਿਰ ਖੈਰ ਕੁਛ ਵੀ ਉਹ ਸਮਝੀ ਜਾਣਾ, ਇਹ ਸਾਡੀ ਆਪਣੀ ਇੰਟਰਪ੍ਰੀਟੇਸ਼ਨ ਹੈ। ਲੇਕਿਨ ਮੈਂ ਹੁਣ ਬੇਨਤੀ ਕਰਦਾ, ਮੈਂ ਸ਼ਾਰਟ ਇਹ ਕਹਿੰਦਾ ਵੀ ਜਿੰਨੀ ਛੇਤੀ ਹੋ ਸਕੇ ਯਾਦਗਾਰ ਬਣਨੀ ਚਾਹੀਦੀ ਆ। ਬੋਲੇ ਸੋ ਨਿਹਾਲ। ਹਾਂਜੀ ਭਾਸ਼ਾ ਜੀ ਬਹੁਤ ਧੰਨਵਾਦ ਜੀ ਤੁਹਾਡਾ। ਇੱਕ ਮੈਂ ਕੋਈ ਗੱਲ ਕਰਦਾ, ਟਾਈਮ ਹੈ ਨਹੀਂ ਸਾਡੇ ਕੋਲ। ਉਹਨੇ ਆਪਣੇ ਖੁਸ਼ਵੰਤ ਸਿੰਘ ਨੇ ਕਿਹਾ ਸੀਗਾ ਜੀ, ਬੀਬੀ ਨੇ ਕਿਹਾ ਨਾ ਵੀ ਉਹ ਯਾਦਗਾਰ ਰੱਖਣ ਦੀ ਜ਼ਰੂਰਤ ਹੈ, ਜਿਸ ਤਰ੍ਹਾਂ ਆਪਣੇ ਅਕਾਲ ਤਖਤ ਸੀਗਾ ਉਸੇ ਸਰੂਪ ਦੇ ਵਿੱਚ ਰੱਖਿਆ ਜਾਵੇ, ਫਿਰ ਰਹਿੰਦੀ ਦੁਨੀਆ ਦੇ ਵਿੱਚ ਉਹ ਯਾਦਗਾਰ। ਬਹੁਤ ਵਧੀਆ। ਸੋ ਸਾਡੇ ਕੋਲ ਸਿਰਫ 4 ਮਿੰਟ ਰਹਿ ਗਏ, ਸੋ ਮੈਂ ਪੈਨਲ ਦੇ ਮੈਂਬਰਾਂ ਨੂੰ 30 ਸੈਕਿੰਡ 1 ਮੋਮੈਂਟ, ਮੈਂ ਦਵਿੰਦਰ ਨੂੰ ਜ਼ਿਆਦਾ ਟਾਈਮ ਦੇਵਾਂ ਕਿਉਂਕਿ he's been quiet. So Dawinda, start off with you. Okay. Any kind of thoughts about the debate, discussion today? What does it mean for Sikhi? I don't know what it means for Sikhi. I think the thing is ਕਿ ਆਪਾਂ as a Sikh community ਆਪਾਂ ਹੌਲੀ ਸਿਆਣੇ ਹੋ ਰਹੇ ਹਾਂ। ਸਾਨੂੰ ਪਤਾ ਲੱਗਾ ਆ ਕਿ ਮੀਡੀਆ ਦੇ ਨਾਲ ਸਾਡੀ ਇਮੇਜ ਕਿੱਦਾਂ ਬਣਾ ਸਕਦੀ। ਇਹ ਬਹੁਤ ਵੱਡਾ ਮੌਕਾ ਆ ਕਿ ਅਸੀਂ ਹੁਣ ਅੱਗੇ ਕੀ ਆਪਣੇ ਆਪ ਨੂੰ ਪੇਸ਼ ਕਰਨਾ, ਤਾਂ ਉਹਦੇ ਲਈ ਸਾਨੂੰ ਥੋੜੇ ਜਿਹੇ ਜੀਵਨ ਵਾਲੇ ਬੰਦੇ ਚਾਹੀਦੇ ਆ, ਨਾਟ ਪੋਲੀਟੀਸ਼ੀਅਨਸ। ਬਿਕੋਜ਼ ਪ੍ਰੋਬਲਮ ਇਜ਼ ਪੋਲੀਟੀਸ਼ੀਅਨਸ ਦਾ ਅਸੀਂ ਰੰਗ ਦੇਖ ਲਿਆ ਅੱਜ ਤੱਕ ਕਿੱਥੇ ਤੱਕ ਪਹੁੰਚਿਆ। ਕੋਈ ਦੁਨੀਆ 'ਚ ਮੁਲਕ ਨਹੀਂ ਆ ਜਿੱਥੇ ਤੁਸੀਂ ਪੋਲੀਟੀਸ਼ੀਅਨ ਨੂੰ ਅੱਗੇ ਕਰਦੇ ਬੰਦੇ ਦਾ ਮਨ ਕਹਿੰਦਾ ਕਿ ਹਾਂ ਮੈਂ ਤੇ ਵਿਸ਼ਵਾਸ ਕਰਦਾ। ਸੋ ਵੀ ਨੀਡ ਟੂ ਬ੍ਰਿੰਗ ਕ੍ਰੈਡੀਬਲ ਪੀਪਲ ਵਿਦ ability to communicate. ਸਾਡੇ ਕੋਲ ਮੀਡੀਆ ਹੈਗਾ, 1984 ਦੀ ਯਾਦਗਾਰੀ ਕਰੋ, ਮੇਕ ਅ ਡਾਕੂਮੈਂਟਰੀ, ਗੈਟ ਸਿੱਖ ਚੈਨਲ ਟੂ ਮੇਕ ਵਨ, ਗੈਟ ਅਦਰ ਪੀਪਲ ਟੂ ਮੇਕ ਵਨ। ਇੰਨੇ ਪੈਸੇ ਹੈਗੇ ਆ, ਦੁਨੀਆ ਨੂੰ ਦੱਸੋ, ਘਰ ਘਰ ਚ ਦੱਸੋ ਕਿ ਪੈਸੇ ਹੈ ਨਹੀਂ, ਤੂੰ ਭੁਲੇਖਾ ਲੱਗਦਾ ਨਾ। ਸਿੱਖਾਂ ਕੋ ਜੋ ਕੁਝ ਹੈਗਾ ਦੁਨੀਆ ਚ ਕਿਸੇ ਕੋ ਨਹੀਂ ਹੈਗਾ। ਮੰਗਦੇ ਰਹਿੰਦੇ ਨਾ ਨਾ, ਆਪਾਂ ਤਾਂ ਗੁਰੂ ਨਾਨਕ ਦੇ ਦੇਖ ਪੁੱਤੇ ਆ, ਉਹ ਰਾਜਾ ਆ, ਸਾਨੂੰ ਕੀ ਘਾਟੀ। ਹਾਂਜੀ, ਖਾਲਿਸਤਾਨ ਬਣੂਗਾ ਤਾਂ ਸਾਨੂੰ 100% ਖਾਲਿਸਤਾਨ ਹੈ ਹੀ ਆ ਸਾਡਾ। ਹਾਂਜੀ ਸੁਖਵਿੰਦਰ, I mean, I think for me, we debate about the media. I mean, would you think that we've pushed the debate? I mean, even today, it's a very open debate. We're honest. Do you think we are moving forward? I think we are moving forward in terms of media. I just like to reiterate the fact that I still think, we talked about self-regulation. Actually, we can draw up principles based on Gurmat, where all the media, and the Sikh Council is prepared to do that, all the media can sit down, agree a set of principles that we don't step to the line. But just before we end, I think in terms of the memorial, I'd just like to say one thing. I think the memorial in isolation, June 1984, cannot count. The memorial is a reminder that the events leading up to 1984, 81, 82, 83, 84, was oppression by the state against the Sikhs, which culminated in the state using its own army to attack a religious institution, to attack innocent people when they were there worshipping or praying or giving their obedience. So this memorial is a reminder of state oppression against a religious minority. Yeah, that's very good. Thank you very much. Waheguru Ji Ka Khalsa. Waheguru Ji Ki Fateh. Jagtar Singh, I know that we were going to cover the Leamington Spa libel case. Unfortunately, we haven't got time for that, but we will do a special program on that, and hopefully we'll get both parties involved. Yeah. So if you just want to maybe just for 30 seconds, just to summarise what that was, just 30 seconds. Very quickly. ਪਹਿਲੀ ਗੱਲ ਤਾਂ ਕਈ ਸੋਚਦੇ ਨੇ ਦਾਸ ਵੀ ਇਹਦੇ ਨਾਲ ਸਹਿਮਤ ਹੈ ਕਿ ਗੁਰੂ ਘਰ ਦੇ ਕੋਰਟ ਕੋਈ ਕੇਸ ਨਹੀਂ ਜਾਣਾ ਚਾਹੀਦਾ, ਬਿਲਕੁਲ ਨਹੀਂ ਜਾਣਾ ਚਾਹੀਦਾ। ਦਾਸ ਇਹਨਾਂ ਬਿਲਕੁਲ ਸਹਿਮਤ ਆ, ਪਰ ਜਿਹੜਾ ਸਾਡਾ ਕੇਸ ਸੀ ਇਹ ਕੋਈ ਕਮੇਟੀ ਦਾ ਝਗੜਾ ਨਹੀਂ ਸੀ। ਇਹ ਜਿੱਦਾਂ ਆਮ ਹੁੰਦਾ ਨਾ, ਕੋਈ ਇੱਕ ਕਮੇਟੀ ਦੂਜੀ ਕਮੇਟੀ ਕੋਈ ਇਸ਼ੂ ਹੁੰਦਾ ਅੰਦਰ ਠੇਕੀ 'ਚ ਦੇਖੋ, ਸਾਡਾ ਝਗੜਾ ਬਿਲਕੁਲ ਇਹ ਨਹੀਂ ਸੀ। ਸਾਡਾ ਝਗੜਾ ਜਿਹੜਾ ਸੀ ਉਹ ਸੀ ਕਿ ਗੁਰੂ ਘਰ ਦੀ ਜਿਹੜੀ ਪਵਿੱਤਰਤਾ ਕਿਸ ਤਰ੍ਹਾਂ ਕਾਇਮ ਰੱਖੀ ਜਾ ਸਕਦੀ ਆ, ਗੁਰੂ ਘਰ ਦੀ ਜਿਹੜੀ ਗੋਲ ਰੱਖਿਆ, ਗੁਰੂ ਘਰ ਦੇ ਜਿਹੜੇ ਐਸੈਟਸ ਉਹਨੂੰ ਕਿੱਦਾਂ ਅਸੀਂ ਬਚਾ ਸਕਦੇ ਹਾਂ। ਤੀਸਰੀ ਸੀ ਕਿ ਹਾਂ ਜੋ ਸਾਡੇ ਖਿਲਾਫ ਭੰਡੀ ਪ੍ਰਚਾਰ ਹੋਇਆ ਸੀ ਜਾਂ ਡਿਫੈਮੇਟਰੀ ਲਿਵ ਵਿੱਚ ਵੰਡੀਆਂ ਗਈਆਂ ਸੀ
ਉਹਦਾ ਜਵਾਬ ਅਸੀਂ ਕਿਸ ਤਰ੍ਹਾਂ ਦੇ ਸਕਦੇ ਹਾਂ So in essence, I mean, on the program on Monday, I think when outside of the High Court, yeah, all these issues were there. But you said some very positive things as well, didn't you, about moving forward? And then we'll use that. What is the kind of positive steps? The positive is, मैं आज बड़ा खुश ਹਾਂ ਕਿ ਆਪਾਂ ਜਿਹੜੇ ਗੱਲਾਂ ਕਰਦੇ ਨਾ ਕਿ ਕੋਈ ਵੀ issue we might disagree, ਪਰ ਆਪਾਂ ਬਹਿ ਕੇ ਗੱਲ ਤਾਂ ਕਰ ਸਕਦੇ. We might end up disagreeing. ਮੇਰੀ ਵਿਚਾਰ ਹੋ ਰਿਹਾ, ਤੁਹਾਡੀ ਵਿਚਾਰ ਹੋ ਰਿਹਾ, ਪਰ ਆਪਾਂ ਇੱਕ ਟੇਬਲ ਤੇ ਸਾਂਝੀ ਵਿਚਾਰ ਤਾਂ ਕਰ ਸਕਦੇ ਹਾਂ. And let's discuss the issue. Now the issue in Leamington was about should there be meat and sharab on the Gurdwara site. We were saying no, others were saying you should. Okay, one. Second issue, should we allow Gurdwara assets and Gurdwara Golok to be used for facilities that provide meat and alcohol? So these are fundamental Sikh issues. They're not to do with personal misinformation. You said there was lots of propaganda and misinformation. Misinformation that was sent house to house. So the people who were in a sense supporting one side were themselves misinformed. That's what you were saying. Yes, they were misinforming the people that they were informing about the issues. So would you agree then, that if we can get the other group, we can get. It's not a group anyway. No. We can get all it's a difference of view, and we can put all the arguments there, and then we can have an honest debate. Are you happy to have more than happy? More than happy on record that what the issues are that we'll discuss, and the issues about them defaming us personally, we can leave to one side. So but let's at least discuss the Panthik issue and the Gurmat issue. I'll give an undertaking to approach the committee in Leamington. Just to remind you, it's not the committee. These are 5 individuals. Well, we'll approach them and they were senior politicians of Leamington, 3 ex-mayors, and so they weren't. It's not a Gurdwara committee. I'm just saying it again. It wasn't. It was about a Gurdwara site issue. But the individuals involved were Gurdwara. There were Sikh members of the Gurdwara, but not the Gurdwara So we'll committee. get all the information there, and then we'll put it on the table, then we'll have a debate, okay? And we'll go for. So thank you very much, Jagtar. Garcha ਸਾਹਿਬ ਮੈਂ ਤੁਹਾਡੇ ਕੋਲ ਕਿਉਂਕਿ ਮੈਨੂੰ ਬੜੀ ਖੁਸ਼ੀ ਆ ਵੀ ਤੁਸੀਂ ਨਿਡਰ ਹੋ ਕੇ ਇੱਕ ਪੰਜਾਬ ਦੀ ਸਰਕਾਰ ਦਾ ਪੱਖ ਵੀ ਦਿੱਤਾ ਕਿਉਂਕਿ ਮੈਂ ਚੰਡੀਗੜ੍ਹ ਦੇ ਵਿੱਚ ਇੱਕ ਆਰਟੀਕਲ ਜੂਨ ਦੇ ਵਿੱਚ ਸੁਖਬੀਰ ਬਾਦਲ ਨੇ ਗੱਲ ਕਹੀ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ the memorial is being built in memory of those who died in the Golden Temple. The SGPC has been trying to get approval for a memorial to those who died in New Delhi as well, but the Delhi government has refused to entertain this. So Sukhbir Badal not only ਉਹ ਕਹਿ ਵੀ ਇਹ ਦਰਬਾਰ ਸਾਹਿਬ 'ਚ ਵੀ ਬਣਨੀ ਚਾਹੀਦੀ ਹੈ ਉਹ ਤਾਂ ਕਹਿ ਰਿਹਾ ਵੀ ਦਿੱਲੀ ਦੇ ਵਿੱਚ ਵੀ ਬਣਨੀ ਚਾਹੀਦੀ ਆ ਸੋ ਕੀ ਸਾਨੂੰ ਇਹਦੇ ਵਿੱਚੋਂ ਕੋਈ ਸੇਧ ਲੈਣੀ ਚਾਹੀਦੀ ਜਾਂ ਸਸਪੀਸ਼ਨ ਲੈਣਾ ਚਾਹੀਦਾ ਤੁਸੀਂ ਬੜ ਕੇ ਉੱਤੇ ਗੱਲ ਆ ਗਈ ਆ ਵਾਲ ਮੈਨੂੰ ਖੁਸ਼ੀ ਦੀ ਗੱਲ ਹੈ ਜੀ ਵੀ ਤੁਸੀਂ ਮੈਨੂੰ ਲੱਗਦਾ ਵੀ ਗੱਲ ਸ਼ੁਰੂ ਵੀ ਮੇਰੇ ਤੋਂ ਕੀਤੀ ਸੀ ਤੇ ਐਂਡ ਵੀ ਮੇਰੇ ਤੇ ਕਰਨੀ ਹੈਗੀ ਆ ਤੇ ਮੈਂ ਤੁਹਾਡੀ ਇਹ ਜਿਹੜੀ ਸਾਰੀ ਕਾਰਗੁਜ਼ਾਰੀ ਹੈਗੀ ਉਹਦੀ ਦਾਦ ਦਿੰਦਾ ਤੁਸੀਂ ਬੜੇ ਵਧੀਆ ਢੰਗ ਨਾਲ ਸਾਰੇ ਇਸ ਪ੍ਰੋਗਰਾਮ ਨੂੰ ਹੈਂਡਲ ਕੀਤਾ ਤੇ ਪ੍ਰਮਾਤਮਾ ਕਰੇ ਤੁਸੀਂ ਆਉਂਦੇ ਸਮੇਂ ਵਿੱਚ ਕਰਦੇ ਰਹੋ ਦੇਖੋ ਗੱਲ ਤਾਂ ਮੈਂ ਸਮਝਦਾ ਵੀ ਬੇਸਿਕਲੀ ਰਾਈਟ ਹੋ ਰਹੀ ਹੈ ਜੋ ਹੋ ਰਹੀ ਆ ਯਾਦਗਾਰ ਬਣੇਗੀ ਬਣ ਰਹੀ ਆ ਸਿਰਫ ਤੇ ਸਿਰਫ ਸਾਨੂੰ ਬਾਹਰ ਬੈਠੇ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਨੂੰ ਸਾਡੀਆਂ ਸੰਸਥਾਵਾਂ ਇੰਸਟੀਟਿਊਸ਼ਨ ਨੂੰ ਸਾਨੂੰ ਜਿਹੜੀ ਉੱਥੇ ਯਾਦਗਾਰ ਬਣਾ ਰਹੀ ਕਮੇਟੀ ਹੈਗੀ ਆ ਉਹਨੂੰ ਸਪੋਰਟ ਕਰਨੀ ਬਣਦੀ ਆ ਹੁਣ ਮੈਂ ਤੇ ਆਪਣੇ ਲਫ਼ਜ਼ ਬਦਲ ਲੈਣਾ ਵੀ ਜ਼ਰੂਰੀ ਨਹੀਂ ਵੀ ਸੁਖਬੀਰ ਬਾਦਲ ਨੂੰ ਸਪੋਰਟ ਕਰੋ ਬਟ ਉਹ ਸੰਸਥਾ ਨੂੰ ਜਿਹੜੀ ਯਾਦਗਾਰ ਬਣਾ ਰਹੀ ਹੈਗੀ ਆ ਮੀਡੀਆ ਰਾਹੀਂ ਆਪਣੀਆਂ ਈਮੇਲਸ ਰਾਹੀਂ ਲੈਟਰ ਪਾ ਕੇ ਜਿੱਦਾਂ ਵੀ ਵੱਧ ਤੋਂ ਵੱਧ ਸਮੱਗਰੀ ਨੂੰ ਭੇਜ ਸਕੋ they can put in front of the media look the rest of the world Sikhs are supporting this and which you stand ਮੈਂ ਕਹਿੰਦਾ ਵੀ ਇਦੋਂ ਵੱਡੀ ਗੱਲ ਅਸੀਂ ਹੋਰ ਕੋਈ ਨਹੀਂ ਕਰ ਸਕਦੇ ਸੋ ਮੈਂ ਇਹਨਾਂ ਵਿਚਾਰਾਂ ਨਾਲ ਹੀ ਇੱਥੇ ਸੀਮਤ ਹੋਣਾ ਪਸੰਦ ਕਰਦਾ ਗੱਚਾ ਸਾਹਿਬ ਤੁਹਾਡਾ ਧੰਨਵਾਦ ਸੋ ਸਾਧ ਸੰਗਤ ਜੀ ਸਾਡਾ ਸਮਾਂ ਆਪਾਂ ਓਵਰ ਹੀ ਚੱਲ ਗਏ 5 ਮਿੰਟਸ ਤੇ ਸੋ ਇੱਥੇ ਸਮਾਂ ਸੀਮਤ ਆ ਤੁਸੀਂ ਵਿਚਾਰ ਵੱਖਰੇ ਵੱਖਰੇ ਸੁਣ ਲਏ ਆ ਕਿ ਯਾਦਗਾਰ ਬਣਨੀ ਚਾਹੀਦੀ ਜਾਂ ਨਹੀਂ ਵੈਸੇ ਤਾਂ ਕਿਸੇ ਨੇ ਨਹੀਂ ਕਿਹਾ ਵੀ ਨਹੀਂ ਬਣਨੀ ਚਾਹੀਦੀ ਇੱਕ ਮੇਰੇ ਵੀਰ ਨੇ ਮੇਰਾ ਖਗੜੇ ਏਜੰਟ ਤੋਂ ਬਲਵੀਰ ਸਿੰਘ ਨੇ ਕਿਹਾ ਸੀ ਵੀ ਨਹੀਂ ਬਣਨੀ ਚਾਹੀਦੀ ਚਲੋ ਉਹਦਾ ਆਪਣਾ ਪੱਖ ਹੈਗਾ ਤੇ ਸਾਨੂੰ ਬੜੀ ਅਫਸੋਸ ਦੀ ਗੱਲ ਇਹ ਆ ਵੀ ਆਪਾਂ ਕਹਿੰਦਾ ਸਾਡਾ ਦੁਸ਼ਮਣ ਵੀ ਆ ਕੇ ਉਹ ਵੀ ਕੋਈ ਕਲੀਅਰਲੀ ਆਪਣਾ ਖਿਆਲ ਦੇਵੇ ਆਪਾਂ ਇੰਡੀਅਨ ਗਵਰਨਮੈਂਟ ਨੂੰ ਵੀ ਖੁੱਲਾ ਸੱਦਾ ਦਿੰਦੇ ਤੁਸੀਂ ਇੱਥੇ ਆਵੋ ਤੇ ਅਸੀਂ ਤੁਹਾਨੂੰ ਵੀ ਕੁਐਸਚਨ ਕਰੂੰਗੇ ਸੋ ਅਸਲ ਵਿੱਚ ਆਪਾਂ ਮੀਟਿੰਗ ਵੀ ਕਰੂੰਗੇ ਇਸ ਦੇ ਬਾਰੇ ਵੀ ਕਿਉਂਕਿ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਸਟਰਗਲ ਹੈਗੀ ਆ ਇੱਕ ਜਮਹੂਰੀਅਤ ਢੰਗ ਦੀ ਸਟਰਗਲ ਹੈਗੀ ਆ ਇੱਕ ਇਨਸਾਫ ਦੀ ਸਟਰਗਲ ਹੈਗੀ ਔਰ ਇਹਦੀ ਯਾਦਗਾਰ ਆ ਜੇ ਮੈਂ ਵੀ ਇੱਕ ਬੇਨਤੀ ਕਰਦਾ ਆਪਣਾ ਵੀ ਥੋੜਾ ਜਿਹਾ ਸੁਝਾਅ ਦੇ ਦੇਵਾਂ ਕਿਉਂਕਿ ਇਹ ਹਿਸਟੋਰੀਕਲ ਮੂਮੈਂਟ ਆ ਮੌਕਾ ਸਿੱਖਾਂ ਵਾਸਤੇ ਸ੍ਰੀ ਦਰਬਾਰ ਸਾਹਿਬ ਸਾਰੀ ਦੁਨੀਆ ਤੇ ਰੇਡ ਹਟਦੇ ਆ ਔਰ ਆਪ ਜੀ ਨੂੰ ਪਤਾ ਲੱਖਾਂ ਲੋਕ ਉੱਥੇ ਜਾਂਦੇ ਹਰੇਕ ਕੌਮ ਦਾ ਲੋਕ ਜਾਂਦਾ ਔਰ ਜਿਹੜਾ ਜਾਊਗਾ ਜ਼ਰੂਰ ਉਹ ਕਿਉਰਿਓਸਿਟੀ ਹੋਊਗੀ ਉਹਨੂੰ ਵੀ ਇੱਥੇ ਕੀ ਵਾਪਰਿਆ ਸੀ ਤਾਂ ਜੇ ਆਪਾਂ ਇਹ ਮੌਕਾ ਗਵਾ ਲਿਆ ਜੇ ਆਪਾਂ
ਜੇ ਕਹਿ ਦਈਏ ਵੀ ਬਹੁਤ ਹੀ ਇੱਕ ਲੋ ਲੈਵਲ ਦੀ ਬਹੁਤ ਹੀ ਜਿੰਨੀ ਕਿ ਇਮੈਜਿਨੇਟਿਵ ਯਾਦਗਾਰ ਬਣਾ ਦਿੱਤੀ ਤਾਂ ਆਪਾਂ ਮੌਕਾ ਖਰਾ ਦੂੰਗੇ। ਤਾਂ ਜੇ ਆਪਾਂ ਸਫਿਸਟੀਕੇਸ਼ਨ ਨਾ ਬਣਾਈਏ ਜਿੱਥੇ ਆਪਾਂ ਸਿੱਖੀ ਦਾ ਸਹੀ ਪ੍ਰਚਾਰ ਵੀ ਕਰ ਸਕਦੇ ਹਾਂ ਵੀ ਸਿੱਖੀ ਜਿੱਦਾਂ ਸੁਖਵਿੰਦਰ ਸਿੰਘ ਨੇ ਕਹੀ ਸੀ ਸਿੱਖੀ ਫਾਈਟਸ ਅਗੇਂਸਟ ਆਪਰੈਸ਼ਨ। ਸਾਡੀ ਹਿਸਟਰੀ ਜਿਹੜੀ ਹੈਗੀ ਮੁਗਲਾਂ ਦੇ ਖਿਲਾਫ ਲੜੇ ਆ, ਬ੍ਰਿਟਿਸ਼ ਦੇ ਖਿਲਾਫ ਲੜੇ ਆ, ਤਾਂ ਅੱਜ ਵੀ ਜਿਹੜੀ ਜੇ ਮੈਂ ਕਹਿ ਦੇਵਾਂ ਆਲ ਟੇਕ ਅ ਲਾਇਸੈਂਸ, ਮੈਂ ਨਹੀਂ ਕਹਿ ਰਿਹਾ ਵੀ ਇੰਡੀਆ ਬਿਲਕੁਲ ਹੀ ਭੈੜਾ ਮੁਲਕ ਆ, ਪਰ ਇੰਡੀਆ ਦੇ ਵਿੱਚ ਕਰਪਸ਼ਨ ਬਹੁਤ ਆ, ਓਪਰੇਸ਼ਨ ਬਹੁਤ ਆ। ਮੈਨੂੰ ਨਾ ਪੁੱਛੋ, ਤੁਸੀਂ ਅੰਨੇ ਹਜ਼ਾਰੇ ਨੂੰ ਪੁੱਛ ਲਓ, ਮੈਨੂੰ ਨਾ ਪੁੱਛੋ। ਔਰ ਜੇ ਸਿੱਖਾਂ ਨੇ ਇੱਕ ਆਪਰੇਸ਼ਨ ਦੇ ਖਿਲਾਫ ਲੜੇ ਤਾਂ ਕੋਈ ਗੁਨਾਹ ਨਹੀਂ ਹੈਗਾ। ਤਾਂ ਜੇ ਸਿੱਖਾਂ ਨੇ ਗੁਨਾਹ ਕੀਤਾ ਤਾਂ ਉਹ ਜ਼ਰੂਰ ਸਾਨੂੰ ਸਰਕਾਰ ਦੱਸੇ, ਤਾਂ ਆਪਾਂ ਉਹਨਾਂ ਦੇ ਵਿਚਾਰ ਕਰਨ ਨੂੰ ਤਿਆਰ ਹਾਂ। ਜੇ ਨਹੀਂ ਤਾਂ ਜ਼ਰੂਰ ਸਾਡੇ ਸਿੱਖਾਂ ਦਾ ਯਾਦਗਾਰ ਬਣਨਾ ਚਾਹੀਦਾ ਜਿਹੜਾ ਕਿ ਮਨੁੱਖਤਾ ਦਾ ਯਾਦਗਾਰ ਬਣ ਜਾਊਗਾ। ਸੋ ਮੈਂ ਇੱਥੇ ਹੀ ਆਪਾਂ ਸਮਾਪਤੀ ਕਰਦੇ ਕਿਉਂਕਿ ਸਾਡੇ ਕੋਲ ਸਮਾਂ ਹੁਣ ਨਹੀਂ ਹੈਗਾ। ਦਾਸ ਤੋਂ ਬੋਲਦਿਆਂ ਤੋਂ, ਮੇਰੇ ਵੀਰਾਂ ਤੋਂ ਬੋਲਦਿਆਂ ਤੋਂ, ਇੱਥੇ ਸੰਗਤ ਚੋਂ ਵੀ ਕਿਸੇ ਨੇ ਕਿਸੇ ਦੇ ਸ਼ਾਨ ਕੋਈ ਲਫ਼ਜ਼ ਕਿਹਾ ਹੋਵੇ ਤਾਂ ਆਪਾਂ ਸਾਰੇ ਹੀ ਮਾਫੀ ਮੰਗਦੇ ਹਾਂ। ਸੋ ਇੱਥੇ ਹੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।